अफई अकाल की, तब चलायो पंथ, सब सिखन को हुक्म है, गुरु मानियो ग्रंथ। सिख विरसा, सिख विरसा जान है साडी, इस नूं सारे प्यार करो, गुरुआं अते शहीदां दा तुसीं सारे ही सत्कार करो। सब तेरी वड्याई कोई नाहू ना जाने मेरा। आदि गुरु है ना मैं, जुगाद गुरु है ना मैं, वो सतगुरु है ना मैं, श्री गुरुदेव ना मैं। .3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 18 ਮਾਘ ਸੰਮਤ 552 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 31 ਜਨਵਰੀ 2021 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। बसंत की वार महल पंजवा एक ओंकार सतगुर प्रसाद
ਹਰ ਕਾ ਨਾਮ ਧਿਆਏ ਕੈ ਹੋ ਹਰਿਆ ਪਾਈ। ਕਰਮ ਖੰਤੈ ਪਾਈਐ ਇਹ ਰੁਤ ਸੁਹਾਈ। ਵਣ ਤ੍ਰਿਣ ਤ੍ਰਿਪਵਨ ਮੌਲਿਆ ਅੰਮ੍ਰਿਤ ਫਲ ਪਾਏ। ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ। ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨਾ ਤਾਈ। ਪਾਹੇ ਕਾਟੇ ਮਿਟੇ ਗਵਨ ਅਤੇ ਭਈ ਮਨ ਜੀਤ। ਨਾਨਕ ਗੁਰ ਤੀਰਥ ਪਾਈ ਫਿਰ ਨ ਮਿਟੇ ਨਿਤ ਨੀਤ। ਪੰਜੇ ਬੱਦੇ ਮਾਮਲੀ ਕਰ ਸਚ ਢੋਆ। ਆਪਣੇ ਜੰਮ ਪਾਏ ਮੈਂ ਵਿੱਚ ਯੁਖਣ ਰੋਗ ਸੋਗ ਸਭ ਮਿਟ ਗਏ ਨਿਤ ਮਨ ਰੋਆ। ਰਹਿ ਨਾਮ ਧਿਆਇਂਦਾ ਫਿਰ ਪਾਏ ਨ ਮੋਆ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਪੰਜੇ ਬੱਦੇ ਮਾਮਲੀ ਕਰ ਸੱਚਾ ਢੋਆ। ਆਪਣੇ ਚਰਨ ਚ ਪਾਇਣ ਵਿੱਚ ਦਈਓ ਖੜੋਆ। ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਿਰੋਆ। ਨਿਰੈਣ ਨਾਮ ਧਿਆਇਂਦਾ ਫਿਰ ਪਾਏ ਨਾ ਮੋਆ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਅਤ ਪ੍ਰੀਤਮ ਮਨ ਮੋਹਨਾ ਕਟ ਸੋਹਨਾ। ਪ੍ਰਾਨ ਅਦਾਰਾ ਪ੍ਰਾਨ ਅਦਾਰਾ। ਸੁੰਦਰ ਸੋਭਾ ਸੁੰਦਰ ਸੋਭਾ ਲਾਲ ਗੋਪਾਲ ਕੀ। ਅਪਰੇ ਅਪਾਰਾ ਸੁੰਦਰ ਸੋਭਾ ਲਾਲ ਗੋਪਾਲ ਕੀ। ਅਪਰੇ ਅਪਾਰਾ ਸੋਭਾ ਸੁੰਦਰ ਸੋਭਾ ਲਾਲ ਗੋਪਾਲ ਕੀ। ਅਪਰੀ ਅਪਾਰਾ ਅਪਰੀ ਅਪਾਰਾ ਅਪਰੀ ਅਪਾਰਾ। ਅਪਰੀ ਅਪਾਰਾ ਅਪਰੀ ਅਪਾਰਾ। ਸੁੰਦਰ ਸੋਭਾ ਸੁੰਦਰ ਸੋਭਾ ਲਾਲ ਗੋਪਾਲ ਕੀ। ਅਪਰੀ ਅਪਾਰਾ ਸੁੰਦਰ ਸੋਭਾ ਲਾਲ ਗੋਪਾਲ ਕੀ। ਅਪਰੀ ਅਪਾਰਾ ਗੋਪਾਲ ਦਿਆਲ ਗੋਬਿੰਦ ਲਾਲ ਮਿਲੋ ਕੰਤ ਨਿਮਾਣਿਆ। ਗੋਪਾਲ ਦਿਆਲ ਗੋਬਿੰਦ ਲਾਲਨ ਮਿਲੋ ਕੰਤ ਨਿਮਾਣਿਆ। ਮਿਲੋ ਕੰਤ ਨਿਮਾਣਿਆ।
ਨਿਮਾਣੀਆਂ ਮਿਲੋ ਕੰਤ ਨਿਮਾਣੀਆਂ ਮਿਲੋ ਕੰਤ ਨਿਮਾਣੀਆਂ ਸੁੰਦਰ ਸਭਾ ਲਾਲ ਗੋਪਾਲ ਆਲ ਕੇ ਅਪਰਿ ਅਪਾਰਾ ਸੁੰਦਰ ਸਭਾ ਲਾਲ ਗੋਪਾਲ ਆਲ ਕੇ ਅਪਰਿ ਅਪਾਰਾ ਨੈਣ ਤਰਸਨ ਦਰਸ ਪਰਸਨ ਨੈਣ ਤਰਸਨ ਦਰਸ ਪਰਸਨ ਨੈਣੀ ਦਿਰੈਣ ਵਿਹਾਣੀਆਂ ਨੈਣ ਤਰਸਨ ਦਰਸ ਪਰਸਨ ਨੈਣ ਤਰਸਨ ਦਰਸ ਪਰਸਨ ਨਹਿਣੀ ਦਿਰੈਣ ਵਿਹਾਣੀਆਂ ਨੈਣੀ ਦਿਰੈਣ ਵਿਹਾਣ ਨੈਣੀ ਦਿਰੈਣ ਵਿਹਾਣੀਆਂ ਸੁੰਦਰ ਸਭਾ ਲਾਲ ਗੋਪਾਲ ਆਲ ਕੇ ਅਪਰਿ ਅਪਾਰਾ ਸੁੰਦਰ ਸਭਾ ਲਾਲ ਗੋਪਾਲ ਆਲ ਕੇ ਅਪਰਿ ਅਪਾਰਾ ਗਿਆਨ ਅੰਜਨ ਨਾਮ ਬਿੰਜਨ ਪਏ ਸਗਲ ਸ਼ਿੰਗਾਰਾ ਗਿਆਨ ਅੰਜਨ ਨਾਮ ਬਿੰਜਨ ਪਏ ਸਗਲ ਸ਼ਿੰਗਾਰਾ ਨਾਨਕ ਪਿਅੰ ਪੈ ਸੰਤ ਜੰਪੈ ਮੇਲ ਕੰਤ ਹਮਾਰਾ ਜਾਨ ਵੰਦਨ ਨਾਮ ਬਿੰਦਨ ਪਏ ਸਗਲ ਸ਼ਿੰਗਾਰਾ ਸ਼ਿੰਗਾਰਾ ਨਾਨਕ ਪਿਅੰ ਪੈ ਸੰਤ ਜੰਪੈ ਮੇਲ ਕੰਤ ਹਮਾਰਾ ਮੇਲ ਕੰਤ ਹਮਾਰਾ ਮੇਲ ਕੰਤ ਹਮਾਰਾ ਸੁੰਦਰ ਸਭਾ ਲਾਲ ਗੋਪਾਲ ਆਲ ਕੇ ਅਪਰਿ ਅਪਾਰਾ ਸਭਾ ਲਾਲ ਗੋਪਾਲ ਆਲ ਕੇ ਅਪਰਿ ਅਪਾਰਾ ਅਪਰਿ ਅਪਾਰਾ ਅਪਰਿ ਅਪਾਰਾ ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾ ਕੀ ਸ਼ਰਣੀ ਪਾਈਐ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਐ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾ ਕੀ ਸ਼ਰਣੀ ਪਾਈਐ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਐ। ਹਰ ਰਸ ਪੀਵਹੁ ਭਾਈ, ਨਾਮ ਜਪਹੁ ਨਾਮੋ ਆਰਾਧਹੁ। ਗੁਰ ਪੂਰੇ ਕੀ ਸ਼ਰਨਾਈ, ਰਹਾਉ ਤਿਸ ਹੈ ਪ੍ਰਾਪਤ ਜਿਸ ਤੁਰ ਲਿਖਿਆ, ਸੋਈ ਪੂਰਨ ਭਾਈ। ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵ ਲਾਈ। ਤਿਸ ਹੈ ਪ੍ਰਾਪਤ ਜਿਸ ਤੁਰ ਲਿਖਿਆ, ਸੋਈ ਪੂਰਨ ਭਾਈ। ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾ ਕੀ ਸ਼ਰਣੀ ਪਾਈਐ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਐ। ਹਾਂਜੀ, ਹੁਣੇ ਅਸੀਂ ਸਰਵਣ ਕਰ ਰਹੇ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਸਾਨੂੰ ਦਰਬਾਰ ਸਾਹਿਬ ਵਿਖੇ ਅੱਜ ਸੁਬਾਹ ਬਖਸ਼ਿਸ਼ ਕੀਤਾ ਹੈ। ਅੱਜ ਦਾ ਹੁਕਮਨਾਮਾ ਰਾਗ ਸੋਠ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 630 ਅੰਗ ਤੇ ਸੁਸ਼ੋਭਿਤ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਸੋਰਠ ਮਹੱਲਾ ਪੰਜਵਾ। ਹੇ ਭਾਈ, ਗੁਰੂ ਸਾਰੇ ਸੁੱਖਾਂ ਦਾ ਦੇਣ ਵਾਲਾ ਹੈ। ਉਸ ਗੁਰੂ ਦੀ ਸ਼ਰਨ ਪੈਣਾ ਚਾਹੀਦਾ ਹੈ। ਗੁਰੂ ਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। ਹਰੇਕ ਦੁੱਖ ਦੂਰ ਹੋ ਜਾਂਦਾ ਹੈ। ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਹੇ ਭਾਈ,
ਪੂਰੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ। ਹਰ ਵੇਲੇ ਨਾਮ ਹੀ ਸਿਮਰਿਆ ਕਰੋ। ਪਰਮਾਤਮਾ ਦਾ ਨਾਮ ਅੰਮ੍ਰਿਤ ਪੀਂਦੇ ਰਿਹਾ ਕਰੋ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਫਰਮਾਉਂਦੇ ਨੇ, ਪਰ ਹੇ ਭਾਈ, ਇਹ ਨਾਮ ਦੀ ਦਾਤ ਗੁਰੂ ਦੇ ਦਰ ਤੋਂ ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੀ ਕਿਸਮਤ ਦੇ ਵਿੱਚ ਪਰਮਾਤਮਾ ਦੀ ਹਜ਼ੂਰੀ ਤੋਂ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ। ਉਹ ਮਨੁੱਖ ਸਾਰੇ ਗੁਣਾਂ ਵਾਲਾ ਹੋ ਜਾਂਦਾ ਹੈ। ਹੇ ਪ੍ਰਭੂ ਜੀ, ਤੇਰੇ ਦਾਸ ਨਾਨਕ ਦੀ ਵੀ ਤੇਰੇ ਦਰ ਤੇ ਇਹ ਬੇਨਤੀ ਹੈ ਕਿ ਮੈਂ ਤੇਰੇ ਨਾਮ ਵਿੱਚ ਜੁੜਿਆ ਰਵਾਂ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਜਿਸ ਨੂੰ ਗਾਇਨ ਕੀਤਾ ਹੈ ਡਾਕਟਰ ਗੁਰਨਾਮ ਸਿੰਘ ਜੀ ਨੇ। ਪਹਿਰ ਬਸੰਤ ਆਗਮਨ, ਪਹਿਲਾ ਮਾਲਿਓ ਸੋਇ, ਜਿਤ ਮਾਲੈ ਸਭ ਮਾਲੀਐ, ਤਿਸ ਹੈ ਨ ਮੋਲਿਓ ਕੋਈ। इस मन को बसंत की लगे न सोए, इस मन को बसंत की लगे न सोए। इस मन को बसंत की लगे न सोए, ये मन जलिया बसंत की लगे न सोए, इस मन को बसंत की लगे न सोए। दिन बसंत जो हर गुण बसंत जो हर गुण गाय, पूरे पाग हर भगत कराय। पूरे पाग हर भगत कराय, इस मन को बसंत की लगे न सोए, इस मन को बसंत की लगे न सोए। ये मन जलिया दूजे दो, इस मन को बसंत की लगे न सोए। ये मन तंदे बांदा कर्म कमाए, माया मूठा सदा बिललाए। ये मन छूटे जा सतगुर पेटे, जम काल की फिर आवे न फेटे, जम काल की फिर आवे न फेटे। इस मन को बसंत की लगे न सोए, ये मन जलिया दूजे दो, इस मन को बसंत की लगे न सोए, इस मन को बसंत की लगे न सोए।
नानक माया मोह शब्द जलाए, नानक माया मोह शब्द जलाए, इस मन को बसंत की लगे न सोए, इस मन को बसंत की लगे न सोए। हे मन जलिया दूजे दो, इस मन को बसंत की लगे न सोए, इस मन को बसंत की, इस मन को बसंत की, इस मन को बसंत की लगे न सोए। ਹਾਂਜੀ, ਇਹ ਸਨ ਡਾਕਟਰ ਗੁਰਨਾਮ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਰਾਗ ਬਸੰਤ ਦੇ ਵਿੱਚ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਸੋਰਠ 5th Mahal, the true Guru is the giver of all peace and comfort. Seek his sanctuary. Beholding the blessed version, beholding the blessed vision of his darshan, bliss ensues, pain is dispelled, and one sings the Lord's praises. Drink in the sublime essence of the Lord. O siblings of destiny, chant the name of Lord. Worship the Naam in adoration and enter the sanctuary of the perfect Guru. Pause. Only one who has such preordained destiny receives it. He alone becomes perfect, O siblings of destiny. Nanak's prayer, O dear God, is to remain lovingly absorbed in the Naam. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਰਾਗੀ ਨੇ। ਇਹ ਵੀ ਸ਼ਬਦ ਰਾਗ ਬਸੰਤ ਦੇ ਵਿੱਚ ਹੈ। ਰਾਜਾ ਰਾਮ ਬੋਲਿਆ ਹੋਏ, ਜੈ ਦੇਖਾਂ ਤਹ ਰਿਆ ਸੁਮਾਏ, ਰਿਆ ਸੁਮਾਏ, ਰਾਜਾ ਰਾਮ ਰਾਜਾ ਰਾਮ ਮੋਲਿਆ
ਚਾਹੇ ਦੇਖਾਂ ਤੇਰਾ ਸੁਨਾਏ ਚਾਹੇ ਦੇਖਾਂ ਦੇਖੋ ਤੇਰਾ ਸੁਨਾਏ ਰਾਜਾ ਰਾਮ ਮੋਲਿਆ ਆਨੰਦ ਪਾਏ ਰਾਜਾ ਰਾਮ ਮੋਲਿਆ ਆਨੰਦ ਪਾਏ ਦੇਖੋ ਤੈ ਅਜ਼ਮਾਨ ਦੇਖੋ ਤੈ ਅਜ਼ਮਾਨ ਰਾਜਾ ਰਾਮ ਮੋਲਿਆ ਆਨੰਦ ਪਾਏ ਰਾਜਾ ਰਾਮ ਮੋਲਿਆ ਮੌਲੀ ਧਰਤੀ ਮੌਲਿਆ ਆਕਾਸ਼ ਮੌਲੀ ਧਰਤੀ ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਘਟ ਘਟ ਮੋਲਿਆ ਆਤਮ ਪ੍ਰਗਾਸ ਰਾਜਾ ਰਾਮ ਮੋਲਿਆ ਆਨੰਦ ਪਾਏ ਰਾਜਾ ਰਾਮ ਮੋਲਿਆ ਆਨੰਦ ਪਾਏ ਦੇਖੋ ਤੈ ਅਜ਼ਮਾਨ ਦੇਖੋ ਤੈ ਅਜ਼ਮਾਨ ਰਾਜਾ ਰਾਮ ਮੋਲਿਆ ਆਨੰਦ ਪਾਏ ਰਾਜਾ ਰਾਮ ਮੋਲਿਆ ਮੌਲੀ ਧਰਤੀ ਮੌਲਿਆ ਆਕਾਸ਼ ਮੌਲੀ ਧਰਤੀ ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਘਟ ਘਟ ਮੋਲਿਆ ਆਤਮ ਪ੍ਰਗਾਸ ਰਾਜਾ ਰਾਮ ਮੋਲਿਆ ਆਨੰਦ ਪਾਏ ਰਾਜਾ ਰਾਮ ਮੋਲਿਆ ਆਨੰਦ ਪਾਏ ਦੇਖੋ ਤੈ ਅਜ਼ਮਾਨ ਦੇਖੋ ਤੈ ਅਜ਼ਮਾਨ
ਹਾਂਜੀ, ਇਹ ਸਨ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਰਾਗ ਬਸੰਤ ਦੇ ਵਿੱਚ ਇਹ ਸ਼ਬਦ ਸਰਵਨ ਕੀਤਾ ਹੈ। ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਤੇ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਹਫ਼ਤੇ ਐਤਵਾਰ ਵਾਲੇ ਦਿਨ ਅਸੀਂ ਕੁਝ ਕੁ ਵਿਚਾਰਾਂ ਸਵਾਲ ਜਵਾਬ ਦੇ ਰੂਪ ਦੇ ਵਿੱਚ ਭਾਈ ਰਘਵੀਰ ਸਿੰਘ ਜੀ ਵੀਰ ਉਹਨਾਂ ਦੀਆਂ ਲਿਖੀਆਂ ਹੋਈਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਸਨ। ਅੱਜ ਵੀ ਅਸੀਂ ਉਹਨਾਂ ਹੀ ਜਿਹੜੇ ਬਹੁਤ ਹੀ ਡੂੰਘੇ ਸਵਾਲ ਨੇ ਤੇ ਉਹਨਾਂ ਦੇ ਜਵਾਬ ਨੇ ਭਾਈ ਰਘਵੀਰ ਸਿੰਘ ਜੀ ਵੀਰ ਉਹਨਾਂ ਨੇ ਆਪਣੀ ਇਸ ਕਿਤਾਬ 'ਚ ਅਨੁਭਵ ਪ੍ਰਕਾਸ਼ ਦੇ ਵਿੱਚ ਦਿੱਤੇ ਨੇ, ਜਿਹੜਾ ਕਿ 21 ਸਫ਼ਿਆਂ ਦਾ ਹੈ, ਪਰ ਇਹਦੀ ਵਿਚਾਰ ਜਿਹੜੀ ਹੈ ਬਹੁਤ ਹੀ ਡੂੰਘੀ ਹੈ ਤੇ ਵਿਚਾਰ ਦਾ ਜਿਹੜਾ ਹੈ ਧੁਰਾ ਹੈ, ਜਿਹੜਾ ਮੇਨ ਉਹ ਹੈ ਭਗਤ ਕਬੀਰ ਜੀ ਦਾ ਇਹ ਗੁਰਬਾਣੀ ਦੇ ਵਿੱਚੋਂ ਤੁਕ ਜੀਓ ਏਕ ਅਰ ਸਗਲ ਸਰੀਰਾ। There is one soul and it pervades all bodies। ਭਾਵ ਕਿ ਉਹ ਜੀਵ ਆਤਮਾ ਜਿਹੜੀ ਹੈ ਉਹ ਇੱਕੋ ਹੀ ਹੈ, ਪਰਮਾਤਮਾ ਦੀ ਅੰਸ਼ ਜਿਹੜੀ ਹੈ ਉਹ ਸਾਰਿਆਂ ਸਰੀਰਾਂ ਦੇ ਵਿੱਚ ਵਰਤ ਰਹੀ ਹੈ। ਇਹੀ ਜਿਹੜਾ ਹੈ ਇਹਦੇ ਸਵਾਲਾਂ ਜਵਾਬਾਂ ਦੇ ਵਿੱਚ ਭਾਈ ਸਾਹਿਬ ਸਾਡੇ ਨਾਲ ਸਾਂਝਾ ਕਰਦੇ ਨੇ ਤੇ ਆਓ ਅਸੀਂ ਕਈ ਸਵਾਲ ਜਿਹੜੇ ਨੇ ਆਪ ਜੀ ਦੇ ਨਾਲ ਸਾਂਝੇ ਕੀਤੇ ਸੀ, ਜਿਹਦੇ ਵਿੱਚ ਉਹਨਾਂ ਨੇ ਵਾਰ-ਵਾਰ ਇਹੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਜੀਵ ਆਤਮਾ ਹੈ ਉਹ ਸਾਰਿਆਂ ਸਰੀਰਾਂ ਦੇ ਵਿੱਚ ਇੱਕ ਹੈ। ਤੇ ਜਿਹੜਾ ਸਵਾਲ ਅਸੀਂ ਸ਼ਾਇਦ ਪਹਿਲੇ ਵੀ ਆਪ ਜੀ ਦੇ ਨਾਲ ਸਾਂਝਾ ਕੀਤਾ ਸੀ, ਪਰ ਲੜੀ ਜੋੜਨ ਦੇ ਲਈ ਉਸੇ ਤੋਂ ਹੀ ਸ਼ੁਰੂ ਕਰਦੇ ਹਾਂ। ਪੁੱਛਣ ਵਾਲਾ ਪੁੱਛਦਾ ਹੈ, ਜੇਕਰ ਕਿਸੇ ਨੂੰ ਸੰਸਕ੍ਰਿਤ ਆਉਂਦੀ ਹੈ ਤਾਂ ਉਹ ਸੰਸਕ੍ਰਿਤ ਹੀ ਪੜ੍ਹ ਸਕਦਾ ਹੈ, ਜੇ ਕਿਸੇ ਨੂੰ ਅੰਗਰੇਜ਼ੀ ਜਾਂ ਫਾਰਸੀ ਆਉਂਦੀ ਹੈ ਤੇ ਉਹ ਉਹੀ ਲਿਖ ਪੜ੍ਹ ਸਕਦਾ ਹੈ। ਜਿਸ ਨੂੰ ਜੋ ਜ਼ੁਬਾਨ ਨਹੀਂ ਆਉਂਦੀ ਉਹ ਜ਼ੁਬਾਨ ਨਹੀਂ ਬੋਲ ਸਕਦਾ ਤੇ ਨਾ ਹੀ ਲਿਖ ਸਕਦਾ ਹੈ। ਫਿਰ ਜਿਸ ਨੂੰ ਜਵਾਹਰਾਤ ਹੀਰੇ ਪਰਖਣੇ ਆਉਂਦੇ ਨੇ ਉਹੀ ਜਵਾਹਰਾਤ ਹੀਰੇ ਮੋਤੀ ਆਦਿ ਪਰਖ ਸਕਦਾ ਹੈ। ਹਰ ਇੱਕ ਜਵਾਹਰਾਤ ਨਹੀਂ ਪਰਖ ਸਕਦਾ ਤਾਂ ਜੀਵ ਸਭ ਵਿੱਚ ਇੱਕ ਹੀ ਕਿਸ ਤਰ੍ਹਾਂ ਹੋਇਆ। ਭਾਈ ਸਾਹਿਬ ਇਹਦਾ ਜਵਾਬ ਦਿੰਦੇ ਨੇ ਕਿ ਲੋਹੇ ਦੇ ਔਜ਼ਾਰ ਜਿਸ ਕੰਮ ਲਈ ਬਣਾਏ ਜਾਂਦੇ ਨੇ ਉਹੀ ਕੰਮ ਕਰਦੇ ਨੇ, ਪਰ ਲੋਹਾ ਸਭਨਾਂ ਦੇ ਵਿੱਚ ਇੱਕੋ ਹੀ ਲੱਗਾ ਹੁੰਦਾ ਹੈ। ਜਿਵੇਂ ਕਿ ਹਲ, ਸਲਾਈ, ਤਕਲਾ, ਅਹਿਰਨ, ਹਥੌੜਾ, ਸੰਨੀ, ਛੁਰੀ ਸਭ ਵੱਖੋ ਵੱਖਰਾ ਕੰਮ ਕਰਦੇ ਨੇ, ਪਰ ਹੈਨ ਇੱਕ ਲੋਹੇ ਦੇ ਬਣੇ ਹੋਏ। ਇਸੇ ਤਰ੍ਹਾਂ ਜੀਵ ਸਭ ਵੱਖੋ ਵੱਖਰੀਆਂ ਬੋਲੀਆਂ ਬੋਲਦੇ ਨੇ, ਅਸਲ ਦੇ ਵਿੱਚ ਇੱਕੋ ਹੀ ਜੀਵ ਹੈ। ਉਹਨਾਂ ਦੇ ਵਿੱਚ ਜੀਵ ਆਤਮਾ ਇੱਕੋ ਹੀ ਹੈ। ਹਰ ਇੱਕ ਜੀਵ ਜਿਸ ਨਿਸ਼ਚੇ ਦੇ ਵਿੱਚ ਪਰਿਪੱਕ ਹੋਇਆ ਉਸੇ ਨਿਸ਼ਚੇ ਨੂੰ ਹੀ ਉਹ ਪ੍ਰਕਾਸ਼ ਕਰ ਰਿਹਾ ਹੈ। ਜਿਸ ਤਰ੍ਹਾਂ ਇੱਕੋ ਮਿੱਟੀ ਦੇ 4 ਭਾਂਡੇ ਹੋਣ ਤੇ ਇੱਕ ਦੇ ਵਿੱਚ ਘਿਓ ਪਾਇਆ ਜਾਵੇ ਤਾਂ ਉਸਨੂੰ ਘਿਓ ਵਾਲਾ ਭਾਂਡਾ ਆਖੀਦਾ ਹੈ। ਜਿਹਦੇ ਵਿੱਚ ਦਹੀਂ ਪਾਇਆ ਜਾਂਦਾ ਹੈ ਉਸਨੂੰ ਦਹੀਂ ਵਾਲਾ ਭਾਂਡਾ, ਜਿਹਦੇ 'ਚ ਅਚਾਰ ਪਾਇਆ ਜਾਂਦਾ ਹੈ ਉਹਨੂੰ ਅਚਾਰ ਵਾਲਾ ਭਾਂਡਾ ਕਹਿਣਾ ਸ਼ੁਰੂ ਕਰ ਦਿੰਦਾ ਹੈ ਬੰਦਾ, ਤੇ ਜਿਹਦੇ ਵਿੱਚ ਕੁਝ ਵੀ ਨਾ ਹੋਵੇ ਉਹ ਖਾਲੀ ਦਾ ਖਾਲੀ ਰਹਿੰਦਾ ਹੈ। ਪਰ ਇਹਨਾਂ ਚੌਹਾਂ ਦੇ ਵਿੱਚ ਮਿੱਟੀ ਇੱਕੋ ਜਿਹੀ ਲੱਗੀ ਹੈ। ਇਸੇ ਤਰ੍ਹਾਂ ਜੀਵ ਜਿਸ ਭਰਮ ਦੇ ਵਿੱਚ ਅਭਿੰਨ ਹੋਇਆ ਜਾਂ ਜਿਸ ਨਿਸ਼ਚੇ ਨੂੰ ਇਸਨੇ ਸੱਚਾ ਸਮਝਿਆ ਉਸੇ ਨਿਸ਼ਚੇ ਨੂੰ ਪਿਆ ਇਹ ਜ਼ਾਹਰ ਕਰਦਾ ਹੈ ਤੇ ਪ੍ਰਕਾਸ਼ਦਾ ਹੈ। ਇਸੇ ਤਰ੍ਹਾਂ ਜਿਸ ਨਿਸ਼ਚੇ ਨੂੰ ਇਸਨੇ ਨਹੀਂ ਕਬੂਲਿਆ ਜਾਂ ਜਿਸ ਭਰਮ ਦੇ ਵਿੱਚ ਇਹ ਅਭਿੰਨ ਨਹੀਂ ਹੋਇਆ ਉਸ ਨਿਸ਼ਚੇ ਨੂੰ ਇਹ ਪ੍ਰਕਾਸ਼ਿਤ ਨਹੀਂ ਕਰਦਾ। ਇਹ ਗੁਣ ਕਿਰਿਆ ਜੀਵ ਉਪਾਧੀ ਹੈ, ਜੀਵ ਦੇ ਅਸਲ ਸਰੂਪ ਵਿੱਚ ਨਹੀਂ। ਇਹਦਾ ਇੱਕ ਹੋਰ ਦ੍ਰਿਸ਼ਟਾਂਤ ਭਾਈ ਸਾਹਿਬ ਦਿੰਦੇ ਨੇ, ਕਹਿੰਦੇ ਨੇ ਕਿ ਨੇਤਰ ਰੂਪ ਨੂੰ ਗ੍ਰਹਿਣ ਕਰਦੇ ਨੇ ਪਰ ਰਸ ਨੂੰ ਨਹੀਂ। ਜੀਵ ਰਸ ਨੂੰ ਗ੍ਰਹਿਣ ਕਰਦੀ ਹੈ ਪਰ ਰੂਪ ਨੂੰ ਨਹੀਂ।
ਕੰਨ ਸ਼ਬਦ ਭਾਵ ਕਿ ਆਵਾਜ਼ ਨੂੰ ਸੁਣਦੇ ਨੇ ਪਰ ਆਪ ਕੁਝ ਨਹੀਂ ਕਰ ਸਕਦੇ। ਜੀਹਵਾ ਬੋਲਦੀ ਹੈ ਪਰ ਸੁਣਦੀ ਨਹੀਂ। ਨਾਸਾਂ ਸੁਗੰਧ ਦੁਰਗੰਧ ਨੂੰ ਪਛਾਣਦੀਆਂ ਨੇ ਪਰ ਕਿਸੇ ਨੂੰ ਛੋਹ ਨਹੀਂ ਸਕਦੀਆਂ। ਹੱਥ ਲੈਂਦੇ ਦਿੰਦੇ ਨੇ ਪਰ ਹੱਥਾਂ ਦੇ ਨਾਲ ਚੱਲਿਆ ਫਿਰਿਆ ਨਹੀਂ ਜਾਂਦਾ। ਪੈਰ ਚੱਲਦੇ ਫਿਰਦੇ ਨੇ ਤੇ ਲੈ ਦੇ ਨਹੀਂ ਸਕਦੇ। ਇਹ ਸਭ ਇੰਦਰੀਆਂ ਆਪੋ ਆਪਣੇ ਗੁਣਾਂ ਨੂੰ ਗ੍ਰਹਿਣ ਦੀਆਂ ਹਨ ਤੇ ਇੱਕ ਦੂਸਰੇ ਦੇ ਗੁਣਾਂ ਨੂੰ ਨਹੀਂ। ਪਰ ਯਾਦ ਰੱਖੋ ਕਿ ਜੀਵ ਸਭਨਾਂ ਵਿੱਚ ਇੱਕੋ ਹੀ ਹੈ ਤੇ ਸ਼ੁੱਧ ਤੇ ਨਿਰਗੁਣ ਹੈ। ਇਹ ਗੁਣ ਸਾਰੇ ਮਾਇਆ ਦੇ ਨੇ ਤੇ ਮਾਇਆ ਜਿਸ ਇੰਦਰੀ ਦੇ ਵਿੱਚ ਜੈਸਾ ਗੁਣ ਪਾ ਦਿੰਦੀ ਹੈ ਉਹ ਵੈਸਾ ਹੀ ਕੰਮ ਕਰਦਾ ਹੈ। ਇਹਨਾਂ ਗੁਣਾਂ ਦੀ ਉਤਪਤੀ ਐਸੇ ਹੁੰਦੀ ਹੈ, ਜਿਹੜੀ ਕਿ ਕਾਫੀ ਡੂੰਘੀ ਵਿਚਾਰ ਭਾਈ ਸਾਹਿਬ ਸਾਡੇ ਨਾਲ ਸਾਂਝੀ ਕਰ ਰਹੇ ਨੇ, ਕਿ ਜਦ ਇਹ ਜੀਵ ਮਾਤਾ ਦੇ ਗਰਭ ਵਿੱਚ ਦੇਖਣ ਦੀ ਇੱਛਾ ਕਰਦਾ ਹੈ ਤਦ ਇਸ ਦੇ ਨੇਤਰ ਬਣਦੇ ਨੇ। ਜਦ ਇਸ ਵਿੱਚ ਕੋਈ ਖਾਣ ਤੇ ਬੋਲਣ ਦੀ ਇੱਛਾ ਹੁੰਦੀ ਹੈ ਤਦ ਇਹਦੀ ਜੀਭਾ ਬਣਦੀ ਹੈ। ਜਦ ਇਸ ਵਿੱਚ ਸੁਣਨ ਦੀ ਇੱਛਾ ਹੁੰਦੀ ਹੈ ਤਦ ਕੰਨ ਬਣ ਜਾਂਦੇ ਨੇ। ਜਦ ਇਸ ਦੀ ਸੁਗੰਧ ਦੀ ਇੱਛਾ ਹੁੰਦੀ ਹੈ ਤਾਂ ਨਾਸਾਂ ਬਣਦੀਆਂ ਨੇ। ਜਦ ਲੈਣ ਦੇਣ ਦੀ ਇੱਛਾ ਹੁੰਦੀ ਹੈ ਤਾਂ ਹੱਥ ਬਣਦੇ ਨੇ। ਜਦ ਚੱਲਣ ਫਿਰਨ ਦੀ ਇੱਛਾ ਹੁੰਦੀ ਹੈ ਤੇ ਚਰਨ ਬਣਦੇ ਨੇ। ਤੇ ਇਸ ਤੋਂ ਬਾਅਦ ਭਾਈ ਸਾਹਿਬ ਇੱਕ ਹੋਰ ਉਦਾਹਰਨ ਦਿੰਦੇ ਨੇ। ਕਹਿੰਦੇ ਨੇ ਕਿ ਜਦ ਜੀਵ ਸਖੋਪਤ ਵਿੱਚ ਸੋਇਆ ਹੁੰਦਾ ਹੈ, ਜਦੋਂ ਇਸ ਵਿੱਚ ਇੱਛਾ ਪੈਦਾ ਹੁੰਦੀ ਹੈ, ਸਖੋਪਤ ਹੈਗੀ ਹੈ ਬਹੁਤ ਡੂੰਘੀ ਨੀਂਦ, ਤਦ ਆਪਣੀ ਇੱਛਾ ਕਰਕੇ ਇਹ ਇੱਕ ਆਪਣਾ ਸਰੀਰ ਪੈਦਾ ਕਰਦਾ ਹੈ ਤੇ ਪਿੱਛੋਂ ਸਾਰੇ ਰਚੇ ਸੰਸਾਰ ਵਿੱਚ ਲੀਲਾ ਕਰਦਾ ਹੈ, ਭਾਵ ਕਿ ਸੁਪਨੇ ਲੈਂਦਾ ਹੈ। ਕਈ ਪਦਾਰਥਾਂ ਨੂੰ ਜਾਣਦਾ ਹੋਇਆ ਕਲਪਦਾ ਹੈ ਆਪਣੇ ਸੁਪਨੇ ਦੇ ਵਿੱਚ, ਕਈਆਂ ਪਦਾਰਥਾਂ ਨੂੰ ਨਾ ਜਾਣਦਾ ਹੋਇਆ ਕਲਪਦਾ ਹੈ। ਸੋ ਜਾਣਨਾ ਨਾ ਜਾਣਨਾ ਤ੍ਰਿਕੁਟੀ ਵਿਖੇ ਹੈ ਤੇ ਤ੍ਰਿਕੁਟੀ ਫੁਰਨੇ ਦੇ ਵਿੱਚ। ਜਦ ਫੁਰਨਾ ਅਫੁਰ ਦੇ ਵਿੱਚ ਲੀਨ ਹੋ ਜਾਂਦਾ ਹੈ, ਜਦ ਤ੍ਰਿਕੁਟੀ ਦਾ ਅਭਾਵ ਹੋ ਜਾਂਦਾ ਹੈ ਜਾਂ ਤ੍ਰਿਕੁਟੀ ਵੀ ਲੀਨ ਹੋ ਜਾਂਦੀ ਹੈ, ਜਦ ਅਫੁਰ ਚੋਂ ਫੁਰਨਾ ਉਪਜਦਾ ਹੈ ਤਾਂ ਉਹ ਫੁਰਨਾ ਹੀ ਤ੍ਰਿਕੁਟੀ ਰੂਪ ਹੋ ਕੇ ਦਿਖਾਈ ਦਿੰਦਾ ਹੈ। ਇਸ ਦਾ ਦ੍ਰਿਸ਼ਟਾਂਤ ਇਸ ਪ੍ਰਕਾਰ ਹੈ, ਜੈਸੇ ਸਕੋਪਤ ਜੋ ਅਫੁਰ ਹੈ, ਜਿਹਦੇ ਵਿੱਚ ਕੁਝ ਨਹੀਂ ਦਿਸਦਾ, ਭਾਵ ਕਿ ਡੂੰਘੀ ਨੀਂਦ ਹੈ ਜਿਹਦੇ ਵਿੱਚ ਕੁਛ ਨਹੀਂ ਦਿਸਦਾ, ਜੋ ਕਿ ਅਫੁਰ ਹੈ, ਉਹਦੇ ਵਿੱਚੋਂ ਹੀ, ਉਸੇ ਅਵਸਥਾ ਦੇ ਵਿੱਚੋਂ ਹੀ ਫੁਰਨਾ ਉੱਠਦਾ ਹੈ ਤੇ ਉਹ ਫੁਰਨਾ ਹੀ ਰਚ ਕੇ ਤ੍ਰਿਕੁਟੀ ਰੂਪੀ ਸੁਪਨਾ ਦੇਖੀਦਾ ਹੈ। ਜਦ ਕਿਸੇ ਪਦਾਰਥ ਨੂੰ ਜਾਣਦਾ ਹੋਇਆ ਕਲਪਦਾ ਹੈ ਤੇ ਕਿਸੇ ਪਦਾਰਥ ਨੂੰ ਨਾ ਜਾਣਦਾ ਹੋਇਆ ਇਹ ਜੀਵ ਜਿਹੜਾ ਸੌਂ ਰਿਹਾ ਹੈ ਬੰਦਾ, ਉਹ ਕਲਪਦਾ ਹੈ ਜੋ ਜਿਸ ਨੂੰ ਜਾਣਦਾ ਹੈ ਉਹ ਕੀ ਚੀਜ਼ ਹੈ ਤੇ ਜਿਸ ਨੂੰ ਨਹੀਂ ਜਾਣਦਾ ਉਹ ਕੀ ਚੀਜ਼ ਹੈ। ਪਰ ਦੇਖਿਆ ਜਾਵੇ ਤਾਂ ਸੁਪਨੇ ਦੇ ਵਿੱਚ ਸਾਰੀ ਕਲਪਨਾ ਹੀ ਹੈ ਨਾ, ਹੋਰ ਤਾਂ ਕੋਈ ਚੀਜ਼ ਨਹੀਂ। ਅਤੇ ਜਾਣਨਾ ਅਣਜਾਣਨਾ ਤੇਰਾ ਜਾਣਨਾ ਹੀ ਹੈ। ਜਦ ਤੇਰਾ ਫੁਰਨਾ ਅਫੁਰ ਵਿੱਚ ਲੀਨ ਹੋ ਜਾਵੇਗਾ ਤਦ ਜਾਣਨਾ ਅਣਜਾਣਨਾ ਵੀ ਲੀਨ ਹੋ ਜਾਵੇਗਾ। ਜੈਸੇ ਸੁਪਨੇ ਦੇ ਵਿੱਚ ਜਾਣਨਾ ਅਣਜਾਣਨਾ ਹੁੰਦਾ ਹੈ, ਇਹ ਪਰ ਸਕੋਪਤ ਗਹਿਰੀ ਨੀਂਦ ਦੇ ਵਿੱਚ ਜਦ ਜੀਵ ਜਾਂਦਾ ਹੈ ਤੇ ਦੋਵੇਂ ਹੀ ਇਹਦੇ ਵਿੱਚ ਇਸ ਡੂੰਘੀ ਨੀਂਦ ਦੇ ਵਿੱਚ ਲੀਨ ਹੋ ਜਾਂਦੇ ਨੇ। ਸੋ ਭਾਈ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਕਿਵੇਂ ਜਿਹੜਾ ਹੈ ਸੁਪਨੇ ਦੀ ਹਾਲਤ ਦੇ ਵਿੱਚ ਉਹ ਤੋਂ ਪਹਿਲੀ ਹਾਲਤ ਇਹ ਹੁੰਦੀ ਹੈ ਜਿਹੜੀ ਕਿ ਬਹੁਤ ਡੂੰਘੀ ਨੀਂਦ, ਉਸ ਵੇਲੇ ਹੀ ਜਿਹੜਾ ਸੁਪਨਾ ਜਿਹੜਾ ਹੈ, ਜਦੋਂ ਕੋਈ ਚੀਜ਼, ਕੋਈ ਜਿਹੜਾ ਆਈਡੀਆ ਫੁਰਦਾ ਹੈ ਸਾਨੂੰ ਤੇ ਅਸੀਂ ਆਪਣੇ ਆਪ ਨੂੰ ਰਚਦੇ ਹਾਂ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਸਾਰਾ ਸੁਪਨਾ ਜਿਹੜਾ ਉਹ ਰਚਿਆ ਜਾਂਦਾ ਹੈ। ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਕਿ ਅਸੀਂ ਕਦੀ ਦੇਖੀਆਂ ਵੀ ਨਹੀਂ ਹੁੰਦੀਆਂ, ਉਹ ਨਵੀਆਂ ਚੀਜ਼ਾਂ ਸਾਨੂੰ ਦਿਸਦੀਆਂ ਨੇ ਤੇ ਪਰ ਜਦੋਂ ਫਿਰ ਸੁਪਨੇ ਦੇ ਵਿੱਚ ਅਸੀਂ ਸੁਪਨੇ ਤੋਂ ਬਾਹਰ ਆਉਂਦੇ ਹਾਂ ਤੇ ਉਹ ਸਾਰੇ ਦਾ ਸਾਰਾ ਜਿਹੜਾ ਹੈ ਅਲੋਪ ਹੋ ਜਾਂਦਾ ਹੈ। ਤੇ ਭਾਈ ਸਾਹਿਬ ਇਹਨਾਂ ਹੀ ਜਿਹੜੇ ਸ਼ਬਦਾਂ ਨੂੰ ਵਰਤ ਕੇ ਅਗਾਂਹ ਸਾਨੂੰ ਦਰਸਾਉਂਦੇ ਨੇ ਕਿ ਕਿਵੇਂ
ਜਿਵੇਂ ਅਸੀਂ ਛੋਟਾ ਸੁਪਨਾ ਰਾਤ ਵੇਲੇ ਲੈਂਦੇ ਹਾਂ, ਇਸੇ ਤਰ੍ਹਾਂ ਇਹ ਦੁਨੀਆ, ਇਹ ਜੀਵਨ ਵੀ ਇੱਕ ਸੁਪਨਾ ਹੀ ਹੈ। ਤੇ ਜੋ ਕੁਛ ਇੱਕ ਸੁਪਨੇ ਦੇ ਵਿੱਚ ਰਚਿਆ ਜਾਂਦਾ ਹੈ, ਉਸੇ ਤਰ੍ਹਾਂ ਹੀ ਇਹ ਜੀਵਨ ਦੇ ਵਿੱਚ ਵੀ ਰਚਿਆ ਜਾਂਦਾ ਹੈ। ਇੱਕ ਛੋਟਾ ਜਿਹਾ ਸਵਾਲ ਹੋਰ ਅਸੀਂ ਆਪਦੇ ਨਾਲ ਸਾਂਝਾ ਕਰਾਂਗੇ ਤੇ ਉਸ ਤੋਂ ਬਾਅਦ ਅਗਲਾ ਸ਼ਬਦ ਅਸੀਂ ਸਰਵਨ ਕਰਾਂਗੇ। ਅੱਗੇ ਪ੍ਰਸ਼ਨ ਕਰਦੇ ਨੇ ਕਿ ਜੇ ਜੀਵ ਇੱਕ ਹੀ ਹੈ ਤਾਂ ਇਹ ਡਰਦਾ ਕਿਸ ਤੋਂ ਹੈ? ਉੱਤਰ ਵਿੱਚ ਲਿਖਦੇ ਨੇ, ਜਿਸ ਤਰ੍ਹਾਂ ਸੁਪਨੇ ਦੇ ਵਿੱਚ ਜੀਵ ਰਾਜਾ ਬਣਨਾ ਕਲਪਦਾ ਹੈ, ਚੋਰ ਬਣਦਾ ਹੈ, ਸ਼ੇਰ ਉਹਦੇ ਸੁਪਨੇ ਦੇ ਵਿੱਚ ਬਣਦਾ ਹੈ, ਇਹਨਾਂ ਨੂੰ ਆਪ ਹੀ ਕਲਪ ਕੇ, ਆਪ ਹੀ ਇਹਨਾਂ ਦੀ ਕਲਪਨਾ ਕਰਕੇ ਫਿਰ ਆਪ ਹੀ ਇਹ ਜਿਹੜਾ ਹੈ ਡਰਦਾ ਹੈ ਉਹਨਾਂ ਤੋਂ। ਸੋ ਇਹ ਕਿਸ ਤੋਂ ਡਰ ਰਿਹਾ ਹੈ? ਆਪਣੀ ਕਲਪਨਾ ਤੋਂ ਆਪ ਹੀ ਡਰਦਾ ਹੈ। ਤੇ ਜੋ ਡਰਾਉਂਦਾ ਹੈ ਉਸ ਦੇ ਡਰ ਨਾਲ ਅਸਲੀਅਤ ਵਿੱਚ ਕੀ ਘਟਦਾ ਹੈ, ਤੇ ਕੀ ਜੋ ਨਹੀਂ ਡਰਦਾ ਉਹਦੀ ਅਸਲੀਅਤ ਵਿੱਚ ਕੀ ਵਾਧਾ ਹੁੰਦਾ ਹੈ? ਨਾ ਡਰਨ ਵਾਲੇ ਦਾ ਕੁਝ ਘਟਦਾ ਹੈ, ਨਾ ਡਰਨ ਵਾਲੇ ਦਾ ਕੁਝ ਵੱਧਦਾ ਹੈ। ਦੋਨਾਂ ਹੀ ਹਾਲਤਾਂ ਦੇ ਵਿੱਚ ਜਿਹੜਾ ਹੈ ਜੀਵ ਹੈ, ਜਿਹੜਾ ਦੇਖ ਰਿਹਾ ਹੈ, ਉਹ ਸਾਖੀ ਹੈ। ਸਾਖੀ ਉਹ ਆਪਣਾ ਇੱਕ ਕਿਸਮ ਦਾ ਗਵਾਹੀ ਦੇ ਤੌਰ ਤੇ ਦੇਖ ਰਿਹਾ ਹੈ, ਉਹਦੀਆਂ ਅੱਖਾਂ ਦੇ ਸਾਹਮਣੇ ਇਹ ਕੁਛ ਹੋ ਰਿਹਾ ਹੈ। ਸੋ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਨ ਕਰਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਹੈ ਆਪ ਜੀ ਦੇ ਨਾਲ ਅਗਲੇ ਸਵਾਲ ਜਿਹੜੇ ਨੇ ਉਹ ਸਾਂਝੇ ਕਰਾਂਗੇ। ਸਭ ਤਨ ਕਹੋ ਗੁਰ ਸਤ ਗੁਰੂ, ਗੁਰ ਸਤ ਗੁਰੂ, ਜਿਤ ਮਿਲ ਹਰ ਪੜਦਾ ਕਰਜਿਆ, ਜਿਤ ਮਿਲ ਹਰ ਪੜਦਾ ਕਰਜਿਆ। ਸਭ ਤਨ ਕਹੋ ਗੁਰ ਸਤ ਗੁਰੂ, ਗੁਰ ਸਤ ਗੁਰੂ, ਜਿਤ ਮਿਲ ਹਰ ਪੜਦਾ ਕਰਜਿਆ, ਜਿਤ ਮਿਲ ਹਰ ਪੜਦਾ ਕਰਜਿਆ। ਸਭ ਤਨ ਕਹੋ ਗੁਰ ਸਤ ਗੁਰੂ, ਗੁਰ ਸਤ ਗੁਰੂ, ਜਿਤ ਮਿਲ ਹਰ ਪੜਦਾ ਕਰਜਿਆ, ਜਿਤ ਮਿਲ ਹਰ ਪੜਦਾ ਕਰਜਿਆ। ਸਭ ਤਨ ਕਹੋ ਪੰਚੇ ਸ਼ਬਦ ਵਜੇ ਮਤ ਗੁਰ ਮਤ, ਵੱਡ ਭਾਗੀ ਅਨਹਦ ਵਜਿਆ। ਪੰਚੇ ਸ਼ਬਦ ਵਜੇ ਮਤ ਗੁਰ ਮਤ, ਵੱਡ ਭਾਗੀ ਅਨਹਦ ਵਜਿਆ, ਵੱਡ ਭਾਗੀ ਅਨਹਦ ਵਜਿਆ। ਸਭ ਤਨ ਕਹੋ ਗੁਰ ਸਤ ਗੁਰੂ, ਗੁਰ ਸਤ ਗੁਰੂ, ਜਿਤ ਮਿਲ ਹਰ ਪੜਦਾ ਕਰਜਿਆ, ਜਿਤ ਮਿਲ ਹਰ ਪੜਦਾ ਕਰਜਿਆ। ਸਭ ਤਨ ਕਹੋ ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ। ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ,
ਸ਼ਬਦੀ ਗੋਬਿੰਦ ਗਜਿਆ ਸਭ ਤਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਜਿਤ ਮਿਲ ਹਰ ਪੜਦਾ ਤਜਿਆ ਜਿਤ ਮਿਲ ਹਰ ਪੜਦਾ ਤਜਿਆ ਸਭ ਤਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਜਿਤ ਮਿਲ ਹਰ ਪੜਦਾ ਤਜਿਆ ਜਿਤ ਮਿਲ ਹਰ ਪੜਦਾ ਤਜਿਆ ਸਭ ਤਨ ਕਹੋ ਆਦ ਜੁਗਾਦ ਵੇਸ ਹਰ ਏਕੋ ਮਤ ਗੁਰ ਮਤ ਹਰ ਪ੍ਰਭ ਭਜਿਆ ਆਦ ਜੁਗਾਦ ਵੇਸ ਹਰ ਏਕੋ ਮਤ ਗੁਰ ਮਤ ਹਰ ਪ੍ਰਭ ਭਜਿਆ ਮਤ ਗੁਰ ਮਤ ਹਰ ਪ੍ਰਭ ਭਜਿਆ ਸਭ ਤਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਜਿਤ ਮਿਲ ਹਰ ਪੜਦਾ ਤਜਿਆ ਜਿਤ ਮਿਲ ਹਰ ਪੜਦਾ ਤਜਿਆ ਸਭ ਤਨ ਕਹੋ हर देवो दान दयाल प्रभु जन राखो हर प्रभु लज्या हर देवो दान दयाल प्रभु जन राखो हर प्रभु लज्या जन राखो हर प्रभु लज्या सब तन कहो गुर सत गुरु गुर सत गुरु जित मिल हर पड़दा तजया जित मिल हर पड़दा तजया सब तन कहो गुर सत गुरु गुर सत गुरु जित मिल हर पड़दा तजया 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 जित मिल हर पड़दा अगर आप वजन घटाना चाहते हैं तो सब कुछ सही करना नहीं, शुरुआत करना जरूरी है। सेहतमंद बदलाव छोटे छोटे बदलावों से शुरू होते हैं और आपको भीतर और बाहर से बेहतर महसूस करने में मदद करते हैं, ताकि आप अधिक स्वस्थ बने और बीमारियों से अधिक मजबूती से लड़ सकें। वजन घटाने में आपकी मदद करने के लिए NHS के पास बहुत सारे सुझाव हैं। खोजिए बेटर हेल्थ। आइए ऐसा करें। Businesses. If you deal with Europe, new rules now apply. If you haven't already, you need to get started. You can find out what you need to know on the Brexit Checker tool online. In just a few clicks, you'll get personalised actions for your business.
go to gov.uk/transition. Use the Brexit checker tool and keep your business moving. Check, change, go. ਹਾਂਜੀ, ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ। ਤੇ ਅਗਰ ਆਪ ਜੀ ਨੇ ਹੁਣੇ-ਹੁਣੇ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਹੈ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਤੋਂ ਬਾਅਦ ਅਗਲੇ 2 ਘੰਟੇ ਅਸੀਂ ਆਪ ਜੀ ਨੂੰ ਸਟੂਡੀਓ ਦੇ ਵਿੱਚੋਂ ਹੀ ਕਥਾ ਕੀਰਤਨ ਸੁਣਵਾਵਾਂਗੇ। ਤੇ ਇਸ ਸ਼ਬਦ ਤੋਂ ਪਹਿਲੇ ਅਸੀਂ ਆਪ ਜੀ ਦੇ ਨਾਲ ਕੁਝ ਕੁ ਸਵਾਲ ਤੇ ਉਹਨਾਂ ਦੇ ਜਵਾਬ ਭਾਈ ਰਘਵੀਰ ਸਿੰਘ ਜੀ ਵੀਰ ਉਹਨਾਂ ਦੇ ਲਿਖੇ ਹੋਏ ਉਹਨਾਂ ਦੇ ਕਿਤਾਬਚੇ ਅਨੁਭਵ ਪ੍ਰਕਾਸ਼ ਦੇ ਵਿੱਚੋਂ ਸਾਂਝੇ ਕੀਤੇ ਤੇ ਇਹਨਾਂ ਹੀ ਵਿਚਾਰਾਂ ਨੂੰ ਅੱਗੇ ਵਧਾਵਾਂਗੇ। ਤੇ ਇਹਦੀ ਭੂਮਿਕਾ ਦੇ ਵਿੱਚ ਜਿਵੇਂ ਕਿ ਅਸੀਂ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ, ਉਹ ਦੱਸਦੇ ਸੀ ਕਿ ਛੋਟੇ ਹੁੰਦੇ ਉਹ ਆਪਣੇ ਨਾਨਕੇ ਪਿੰਡ ਜਾਂਦੇ ਸੀ ਤੇ ਉਹ ਇੱਕ ਬਜ਼ੁਰਗ ਨੂੰ ਜੋ ਕਿ ਉਹਨਾਂ ਦਾ ਨੌਕਰ ਸੀ ਉਹਨਾਂ ਦੇ ਘਰ ਵਿੱਚ, ਉਹਨੂੰ ਦੇਖਦੇ ਸਨ ਕਿ ਉਹ ਕਦੀ ਬੋਲਦਾ ਘੱਟ ਵੱਧ ਹੀ ਸੀ ਪਰ ਕੰਮ ਬਹੁਤ ਕਰਦਾ ਸੀ। ਰਾਤ ਨੂੰ ਕਾਫੀ ਲੰਮਾ ਸਮਾਂ ਉਹ ਦੀਵਾ ਜਗਾ ਕੇ ਪੜ੍ਹਦਾ ਲਿਖਦਾ ਰਹਿੰਦਾ ਸੀ। ਜਦੋਂ ਉਹ ਇਸ ਦੁਨੀਆ ਤੋਂ ਗਿਆ ਤੇ ਪਿੱਛੇ ਇੱਕ ਉਹਦਾ ਗ੍ਰੰਥ ਸੀ ਜਿਹੜਾ ਕਿ ਉਹਨਾਂ ਨੇ ਨਾਨਕੇ ਪਰਿਵਾਰ ਨੇ ਭਾਈ ਸਾਹਿਬ ਨੂੰ ਦੇ ਦਿੱਤਾ ਤੇ ਭਾਈ ਸਾਹਿਬ ਨੇ ਕਈ ਸਾਲ ਤਾਂ ਉਹਨੂੰ ਰੱਖੀ ਛੱਡਿਆ। ਫਿਰ ਇੱਕ ਦਿਨ ਉਸ ਨੂੰ ਪੜ੍ਹਿਆ, ਕਈ ਵਾਰੀ ਪੜ੍ਹਿਆ, ਕਿਉਂਕਿ ਇਹ ਜਿਹੜੀਆਂ ਵਿਚਾਰਾਂ ਉਹ ਕਹਿੰਦੇ ਨੇ ਕਿ ਅਸੀਂ ਉਸ ਗ੍ਰੰਥ ਤੋਂ ਸਾਨੂੰ ਇਹ ਮਿਲੀਆਂ। ਵਾਕਿਆ ਹੀ ਇਹ ਜਿਹੜੀਆਂ ਵਿਚਾਰਾਂ ਨੇ ਇਹ ਬਹੁਤ ਡੂੰਘੀਆਂ ਨੇ ਕਿ ਜੀਵ ਇੱਕ ਹੀ ਹੈ, ਜੀਵ ਭਾਵ ਜੀਵ ਆਤਮਾ ਤੇ ਸਰੀਰ ਜਿਹੜੇ ਨੇ ਉਹ ਵੱਖਰੇ ਵੱਖਰੇ ਨੇ, ਪਰ ਪਿੱਛੇ ਜਿਹੜਾ ਜਾਂ ਕਹਿ ਲਓ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਸੌਫਟਵੇਅਰ ਕਹਿ ਲਓ, ਵਿੰਡੋ ਦਾ ਜਿਹੜਾ ਸੌਫਟਵੇਅਰ ਹੈ ਉਹ ਵੱਖਰੇ ਵੱਖਰੇ ਕੰਪਿਊਟਰਾਂ ਤੇ ਹੋਰ ਚੀਜ਼ਾਂ ਨੂੰ ਚਲਾਉਂਦਾ ਹੈ। ਤੇ ਉਹ ਕੰਪਿਊਟਰ ਜਿਹੜੇ ਨੇ ਉਹ ਭਾਵੇਂ ਕਿਸੇ ਵੀ ਕੰਪਨੀ ਨੇ ਬਣਾਏ ਹੋਣ, ਪਿੱਛੋਂ ਜਿਹੜਾ ਹੈ ਸੌਫਟਵੇਅਰ ਇੱਕੋ ਹੀ ਹੁੰਦਾ ਤੇ ਉਹ ਸਾਂਝਾ ਹੈ ਸਾਰਿਆਂ ਦਾ। ਖੈਰ, ਸ਼ਾਇਦ ਇਹ ਇੰਨੀ ਡੂੰਘੀ ਜਿਹੜੀ ਉਦਾਹਰਨ ਨਹੀਂ, ਪਰ ਸ਼ਾਇਦ ਸਮਝਣ ਦੇ ਵਿੱਚ ਅੱਜ ਦੇ ਜ਼ਮਾਨੇ ਦੇ ਵਿੱਚ ਠੀਕ ਹੋਵੇ, ਕਿਉਂਕਿ ਭਾਈ ਸਾਹਿਬ ਨੇ ਜਿਹੜਾ ਇਹ ਕਿਤਾਬਚਾ ਲਿਖਿਆ ਹੈ ਇਹ 1950 ਦਾ ਲਿਖਿਆ ਹੈ ਤੇ 1952 ਦੇ ਵਿੱਚ ਲਿਖਿਆ ਹੈ ਤੇ ਆਖਰੀ ਵਾਰੀ ਇਹ ਛਪਿਆ ਹੈ 2002 ਦੇ ਵਿੱਚ, ਜਿਹੜੀ ਕਾਪੀ ਮੇਰੇ ਕੋਲ ਹੈ। ਤੇ ਉਹਨਾਂ ਦੇ ਜਿਹੜੇ ਕਈ ਅੱਖਰ ਨੇ, ਕਈ ਸ਼ਬਦ ਨੇ, ਉਹਨਾਂ ਦਾ ਮਤਲਬ ਜਿਹੜਾ ਹੈ ਡੂੰਘਾ ਹੈ ਤੇ ਕਈ ਅਣਜਾਣੇ ਜਿਹੜੇ ਸ਼ਬਦ ਨੇ ਸਾਨੂੰ ਮਿਲਦੇ ਨੇ ਪੜ੍ਹਨ ਲਈ ਵੀ। ਤੇ ਆਪ ਜੀ ਅਗਲਾ ਸਵਾਲ ਜਿਹੜਾ ਹੈ ਆਪ ਹੀ ਖੜਾ ਕਰਦੇ ਨੇ ਕਿ ਜੇ ਜੀਵ ਇੱਕ ਹੀ ਹੈ ਤਾਂ ਜੇ ਕਿਸੇ ਪਾਸੋਂ ਕੋਈ ਚੀਜ਼ ਮੰਗੋ ਤਾਂ ਉਹ ਅੱਗੋਂ ਨਾ ਕਿਉਂ ਕਰ ਦਿੰਦਾ ਹੈ। ਉਹਨਾਂ ਦਾ ਮਤਲਬ ਇਹ ਹੈ ਕਿ ਅਗਰ ਇੱਕੋ ਹੀ ਜੀਵ ਸਾਰਿਆਂ ਦੇ ਵਿੱਚ ਹੈਗਾ, ਇੱਕੋ ਹੀ ਜੀਵ ਆਤਮਾ ਹੈਗੀ ਹੈ ਤੇ ਫਿਰ ਉਸ ਜੀਵ ਆਤਮਾ ਜਿਹੜੀ ਆ ਉਹ ਦੂਸਰੇ ਸਰੀਰ ਦੇ ਵਿੱਚ ਵੀ ਉਹੀ ਜੀਵ ਆਤਮਾ ਹੈ ਤੇ ਇੱਕ ਦੂਜੇ ਤੋਂ ਮੰਗਦਾ ਹੈ ਤੇ ਦੂਜਾ ਨਾ ਕਿਉਂ ਕਰ ਦਿੰਦਾ ਹੈ। ਖੈਰ, ਇਹ ਉਹ ਸਾਨੂੰ ਸਮਝਾਉਣਗੇ, ਪਰ ਜਦੋਂ ਕੋਈ ਪ੍ਰਮਾਤਮਾ ਦੇ ਨਾਲ ਮਿਲ ਜਾਂਦਾ ਹੈ, ਉੱਪਰਲੀ ਉਹਦੀ ਅਵਸਥਾ ਹੋ ਜਾਂਦੀ ਹੈ, ਤਾਂ ਉਹਦਾ ਸੁਭਾਅ ਜਿਹੜਾ ਹੈ ਉਹ ਦੇਖ ਸਕਦਾ ਹੈ ਕਿ ਦੂਸਰੇ ਸਰੀਰ ਦੇ ਵਿੱਚ ਵੀ ਉਹੀ ਜੀਵ ਆਤਮਾ ਹੈ ਜਿਹੜੀ ਮੇਰੀ ਜੀਵ ਆਤਮਾ ਹੈ ਤੇ ਉਹਦੀਆਂ ਗੱਲਾਂ ਜਿਹੜੀਆਂ ਨੇ ਗੁਪਤ ਗੱਲਾਂ ਵੀ ਇੱਕ ਦੂਜੇ ਦੇ ਨਾਲ ਉਹ ਬਿਨਾਂ ਬੋਲਿਆਂ ਜਿਹੜੇ ਜੀਵ ਨੇ, ਦੋ ਸਰੀਰ ਨੇ, ਉਹ ਕਰ ਸਕਦੇ ਨੇ। ਤੇ ਜਿਹੜੀ ਭਾਸ਼ਾ ਉਹ ਨਹੀਂ ਵੀ ਜਾਣਦੇ ਉਹ ਭਾਸ਼ਾ ਵੀ ਜਿਹੜੀ ਹੈ ਉਹ ਬੋਲ ਸਕਦੇ ਨੇ। ਔਰ ਸਾਡੇ ਕੋਲ ਸਬੂਤ ਨੇ, ਭਗਤਾਂ ਨੇ, ਗੁਰੂ ਸਾਹਿਬਾਨ ਨੇ, ਜਿਹੜੀ ਭਾਸ਼ਾ ਜਿਹੜੀ ਸਾਨੂੰ ਨਹੀਂ ਪਤਾ ਕਿ ਉਹਨਾਂ ਨੇ ਕਦੋਂ ਪੜ੍ਹੀ, ਪਰ ਉਹਨਾਂ ਨੂੰ ਉਹਦਾ ਗਿਆਨ ਜਿਹੜਾ ਹੈ ਜਦੋਂ ਉਸ ਅਵਸਥਾ ਤੇ ਪਹੁੰਚੇ ਤੇ ਉਹਨਾਂ ਨੂੰ ਗਿਆਨ ਹੋਇਆ ਤੇ ਉਹ ਨਾਲ ਦੀ ਨਾਲ ਉਹ ਜਿਹੜੀ ਭਾਸ਼ਾ ਦਾ ਵੀ ਗਿਆਨ ਜਿਹੜਾ ਹੈ ਉਹਨਾਂ ਨੂੰ ਹੋ ਜਾਂਦਾ ਹੈ। ਪਰ ਜਿਹੜੀ ਗੱਲ ਇੱਥੇ ਲਿਖੀ ਜਾ ਰਹੀ ਹੈ ਉਹ ਸਾਡੇ ਵਰਗੇ ਜੀਵਾਂ, ਸਾਡੇ ਵਰਗੇ ਬੰਦਿਆਂ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ, ਭਾਈ ਸਾਹਿਬ ਕਰ ਰਹੇ ਨੇ। ਤੇ ਸਵਾਲ ਸੀ ਕਿ ਅਗਰ ਜੀਵ ਇੱਕ ਹੀ ਹੈ ਤੇ ਅਗਰ ਉਹ ਇੱਕ
ਦੂਸਰੇ ਤੋਂ ਕੁਝ ਮੰਗਦਾ ਹੈ ਤੇ ਦੂਸਰਾ ਨਾ ਕਿਉਂ ਕਰ ਦਿੰਦਾ ਹੈ? ਉਹਦਾ ਜਵਾਬ ਭਾਈ ਸਾਹਿਬ ਲਿਖਦੇ ਨੇ, ਜੇ ਇੱਕ ਹੀ ਜੀਵ ਹੈ ਤਾਂ ਦੇਵੇ ਇਹ ਕਿਸ ਨੂੰ ਤਾਂ ਲਵੇ ਕਿਸ ਤੋਂ? ਦੇਣ ਤੇ ਲੈਣ ਵਾਲਾ ਤਾਂ ਇੱਕੋ ਹੀ ਹੈ। ਦੇਣਾ ਤੇ ਲੈਣਾ ਤਾਂ ਦੂਸਰੇ ਨੂੰ ਜਾਂ ਦੂਸਰੇ ਕੋਲੋਂ ਹੁੰਦਾ ਹੈ, ਪਰ ਜੀਵ ਅਦੁੱਤੀ ਹੈ। ਇਹ ਇੱਕ ਪੱਖ ਹੈ ਉਸ ਵਿਚਾਰ ਦਾ ਕਿ ਅਗਰ ਜੀਵ ਇੱਕੋ ਹੀ ਹੈ ਤੇ ਫਿਰ ਉਹਨੂੰ ਦੇਣਾ ਲੈਣਾ ਕਿਹਨੂੰ ਹੈ? ਉਹਦੇ ਕੋਲ ਹੀ ਹੈ ਸਭ ਕੁਝ। ਪਰ ਦੂਸਰੀ ਸਾਈਡ ਇਸ ਵਿਚਾਰ ਦੀ ਆਪ ਸਾਡੇ ਨਾਲ ਸਾਂਝੀ ਕਰਦੇ ਨੇ। ਨੇਤਰਾਂ ਵਿੱਚ ਵੇਖਣ ਦੀ ਸ਼ਕਤੀ ਹੈ, ਕੰਨਾਂ ਵਿੱਚ ਸੁਣਨ ਦੀ ਸ਼ਕਤੀ ਹੈ, ਰਸਨਾ ਵਿੱਚ ਬੋਲਣ ਦੀ ਸ਼ਕਤੀ ਹੈ, ਨਾਸਾਂ ਵਿੱਚ ਸੁੰਘਣ ਦੀ ਸ਼ਕਤੀ ਹੈ ਤੇ ਪੈਰਾਂ ਵਿੱਚ ਚੱਲਣ ਦੀ ਸ਼ਕਤੀ ਹੈ। ਜੇ ਨੇਤਰਾਂ ਕੋਲੋਂ ਕੰਨ ਦੇਖਣ ਦੀ ਸ਼ਕਤੀ ਮੰਗਣ ਤਾਂ ਕੀ ਉਹ ਦੇ ਸਕਦੇ ਨੇ? ਜੇ ਪੈਰ ਰਸਨਾ ਪਾਸੋਂ ਬੋਲਣ ਦੀ ਸ਼ਕਤੀ ਮੰਗਣ ਤਾਂ ਕੀ ਰਸਨਾ ਐਸਾ ਕਰ ਸਕਦੀ ਹੈ? ਜਿਸ ਤਰ੍ਹਾਂ ਦਾ ਕਿਸੇ ਦਾ ਗੁਣ ਹੈ ਉਸੇ ਤਰ੍ਹਾਂ ਦਾ ਹੀ ਉਹ ਕਰ ਸਕਦਾ ਹੈ। ਜੇਕਰ ਉਸ ਦਾ ਉਹ ਗੁਣ ਕੋਈ ਮੰਗੇ ਤੇ ਉਹ ਉਸ ਨੂੰ ਉਹ ਗੁਣ ਦੇ ਨਹੀਂ ਸਕਦਾ। ਜੀਵ ਸਭ ਵਿੱਚ ਇੱਕ ਹੈ, ਪਰ ਕਿਰਿਆ, ਕੰਮ, ਭਾਵ ਕਿ ਸਭ ਦੇ ਵੱਖੋ ਵੱਖਰੇ ਨੇ। ਅੱਗੇ ਫਿਰ ਭਾਈ ਸਾਹਿਬ ਜਿਵੇਂ ਪਿਛਲੇ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਸੁਪਨੇ ਦਾ ਉਦਾਹਰਨ ਦਿੱਤਾ ਸੀ, ਇਸ ਦੇ ਵਿੱਚ ਵੀ ਸੁਪਨੇ ਦਾ ਉਦਾਹਰਨ ਫਿਰ ਦਿੰਦੇ ਨੇ। ਜਿਸ ਤਰ੍ਹਾਂ ਸੁਪਨੇ ਦੇ ਵਿੱਚ ਇੱਕੋ ਹੀ ਜੀਵ ਅਨੇਕਾਂ ਪ੍ਰਕਾਰ ਦੀ ਰਚਨਾ ਰਚ ਕੇ ਆਪ ਹੀ ਦੇਖਦਾ ਹੈ, ਉਸੇ ਤਰ੍ਹਾਂ ਇਹ ਸੰਸਾਰ ਜਾਂ ਜਗਤ ਵੀ ਇਸ ਜੀਵ ਦੀ ਹੀ ਖੇਡ ਹੈ, ਇਸ ਜੀਵ ਆਤਮਾ ਦੀ ਖੇਡ ਹੈ ਤੇ ਜੀਵ ਆਤਮਾ ਉਸ ਪਰਮਾਤਮਾ ਦਾ ਅੰਸ਼ ਹੈ। ਜਦ ਜੀਵ ਨੂੰ ਖੇਡਣ ਦੀ ਰੀਝ ਪੈਦਾ ਹੁੰਦੀ ਹੈ ਤਦ ਇਹ ਜੀਵ ਆਖਦਾ ਹੈ ਕਿ ਇੱਕ ਤੋਂ ਅਨੇਕ ਬਹੁਤੇ ਹੋ ਜਾਵਾਂ। ਫਿਰ ਕੀ ਹੁੰਦਾ ਹੈ? ਜੀਵ ਦੀ ਉਸ ਵੇਲੇ ਅਨੇਕ ਪ੍ਰਕਾਰ ਬੁੱਧ ਹੋ ਜਾਂਦੀ ਹੈ ਤੇ ਅਨੇਕ ਪ੍ਰਕਾਰ ਦੇ ਭਿੰਨ-ਭਿੰਨ ਸਰੀਰ ਨਜ਼ਰ ਆਉਣ ਲੱਗ ਪੈਂਦੇ ਨੇ ਤੇ ਉਹਨਾਂ ਵਿੱਚ ਅਨੇਕ ਪ੍ਰਕਾਰ ਦੀਆਂ ਸ਼ਕਤੀਆਂ ਦਿਸਣ ਲੱਗਦੀਆਂ ਨੇ। ਕਿਸੇ ਪਾਸ ਰਾਜ ਦਰਬਾਰ ਦੀ ਸ਼ਕਤੀ ਨਜ਼ਰ ਆਉਂਦੀ ਹੈ, ਕਿਸੇ ਪਾਸ ਬੜੀ ਦੌਲਤ ਨਜ਼ਰ ਆਉਂਦੀ ਹੈ, ਕਿਸੇ ਪਾਸ ਗਰੀਬੀ ਨਜ਼ਰ ਆਉਂਦੀ ਹੈ, ਕਿਸੇ ਪਾਸ ਦੁੱਖ ਭੁੱਖ ਨਜ਼ਰ ਆਉਂਦੇ ਨੇ, ਕਿਸੇ ਪਾਸ ਸਿਹਤ ਤੇ ਖੁਸ਼ਹਾਲੀ ਨਜ਼ਰ ਆਉਂਦੀ ਹੈ ਤੇ ਕਿਸੇ ਪਾਸ ਖਾਸ ਗੁਣ, ਕੋਈ ਹੋਰ ਖਾਸ ਗੁਣ ਦਿਸਦਾ ਹੈ। ਇਹ ਸਭ ਕੁਝ ਜੀਵ ਦੇ ਵਿੱਚੋਂ ਉਤਪੰਨ ਹੋ ਕੇ ਜੀਵ ਨੂੰ ਜਗਤ ਦਾ ਰੂਪ ਹੋ ਕੇ ਭਾਸਣ ਲੱਗ ਪੈਂਦੇ ਨੇ। ਇਸੇ ਖੇਡ ਦੇ ਨਾਲ ਜੀਵ ਖੇਡਦਾ ਹੈ, ਪਰ ਇਹ ਸਭ ਖੇਡ ਖੇਡਦਾ ਜੀਵ ਆਪ ਨਿਰਲੇਪ ਹੈ, ਆਪ ਅਦੁੱਤੀ ਹੈ, ਅਸਚਰਜ ਹੈ। ਅੱਜ ਮੇਰੇ ਪ੍ਰੋਗਰਾਮ ਤੋਂ ਪਹਿਲੇ ਵੀ ਮਸਕੀਨ ਜੀ ਕਥਾ ਕਰ ਰਹੇ ਸਨ, ਉਹਦੇ ਵਿੱਚ ਵੀ ਇਹੀ ਦਰਸਾਇਆ ਸੀ। ਉਹਨਾਂ ਨੇ ਆਵਣ ਜਾਵਣ ਇੱਕ ਖੇਡ ਬਣਾਇਆ, ਆਗਿਆਕਾਰੀ ਕੀ ਨਹੀਂ ਮਾਇਆ। ਉਸ ਪਰਮਾਤਮਾ ਨੇ ਆਉਣ ਜਾਣ ਦਾ ਜਿਹੜਾ ਇਹ ਖੇਡ ਹੈ ਦੁਨੀਆ ਦੇ ਜੀਵਾਂ ਦਾ, ਉਹ ਬਣਾ ਦਿੱਤਾ ਹੈ ਤੇ ਜਿਹੜੀ ਮਾਇਆ ਉਹਦੇ ਆਗਿਆ ਦੇ ਵਿੱਚ ਚੱਲਦੀ ਹੈ, ਉਹ ਮਾਇਆ ਜਿਹੜੀ ਹੈ ਜੀਵਾਂ ਨੂੰ ਖਿਡਾਉਂਦੀ ਹੈ। ਇਹ ਜੀਵ ਕਿਤੇ ਰਾਜੇ ਦਾ ਰੂਪ ਧਾਰ ਖਲੋਤਾ ਹੈ, ਕਿਤੇ ਜੋਗੀ ਦਾ ਰੂਪ ਧਾਰ ਕੇ ਬੈਠਾ ਹੈ, ਕਿਤੇ ਗ੍ਰਸਤੀ ਬਣਿਆ ਬੈਠਾ ਹੈ, ਕਿਤੇ ਇਹ ਜੀਵ ਦਾਤਾ ਹੈ ਤੇ ਕਿਤੇ ਭਿਖਾਰੀ ਹੈ। ਜਿਸ ਤਰ੍ਹਾਂ ਇਹ ਜੀਵ ਸੁਪਨੇ ਦੇ ਵਿੱਚ ਅਨੇਕਾਂ ਪ੍ਰਕਾਰ ਦੀ ਰਚਨਾ ਰਚਦਾ ਹੈ ਤੇ ਸਾਰੀ ਰਚਨਾ ਰਚਣ ਦੇ ਬਾਵਜੂਦ ਵੀ ਉਸ ਰਚਨਾ ਤੋਂ ਅਲੇਪ ਵੱਖਰਾ ਪ੍ਰਤੀਤ ਕਰਦਾ ਹੈ ਆਪਣੇ ਆਪ ਨੂੰ, ਕਿਉਂਕਿ ਅਗਰ ਵੱਖਰਾ ਨਹੀਂ ਹੋਵੇਗਾ ਤੇ ਉਹ ਸੁਪਨੇ ਨੂੰ ਦੇਖੇਗਾ ਕਿਵੇਂ। ਇਸੇ ਤਰ੍ਹਾਂ ਹੀ ਇਹ ਦਿਨ ਨੂੰ ਦਿਸਣ ਵਾਲੀ ਜਗਤ ਰਚਨਾ ਜੀਵ ਦੀ ਹੀ ਖੇਡ ਹੈ। ਨਾ ਕੋਈ ਰਾਜਾ ਹੈ, ਨਾ ਕੋਈ ਰੰਕ ਹੈ, ਨਾ ਕੋਈ ਦੁਖੀ ਹੈ, ਨਾ ਕੋਈ ਸੁਖੀ ਹੈ। ਸਭ ਸੁਪਨਾ ਹੀ ਸੁਪਨਾ ਹੈ, ਸਭ ਸੁਪਨੇ ਦੀ ਹੀ ਖੇਡ ਹੈ। ਜਿਸ ਤਰ੍ਹਾਂ ਪੁਤਲੀਗਰ ਦੀਆਂ ਪੁਤਲੀਆਂ ਪੁਤਲੀਗਰ ਦੇ ਇਸ਼ਾਰੇ ਤੇ ਨੱਚਦੀਆਂ ਨੇ, ਤਿਵੇਂ ਹੀ ਇਸ ਜਗਤ ਵਿੱਚ ਅਨੇਕਾਂ ਪ੍ਰਕਾਰ ਦੀਆਂ ਪੁਤਲੀਆਂ ਜੀਵ ਦੇ ਇਸ਼ਾਰੇ ਤੇ, ਭਾਵ ਕਿ ਜੀਵ ਆਤਮਾ ਦੇ ਇਸ਼ਾਰੇ ਤੇ ਨੱਚਦੀਆਂ ਨੇ ਤੇ ਜੀਵ ਆਤਮਾ ਜਿਹੜੀ ਹੈ ਉਸ ਪਰਮਾਤਮਾ ਦੀ ਅੰਸ਼ ਹੈ। ਜਿੱਥੇ ਜਿੱਥੇ ਜੀਵ ਨੇ ਸ਼ਾਹੂਕਾਰ ਦਾ ਰੂਪ ਧਾਰਿਆ ਹੈ, ਉੱਥੇ ਉੱਥੇ ਉਹ ਸ਼ਾਹੂਕਾਰ ਦੀ ਕਿਰਤ ਕਰ ਰਿਹਾ ਹੈ ਤੇ ਜਿੱਥੇ ਗ੍ਰਸਤੀ ਦਾ ਰੂਪ ਧਾਰਿਆ ਹੈ, ਉੱਥੇ ਗ੍ਰਸਤੀ ਦੀ ਕਿਰਤ ਕਰ ਰਿਹਾ ਹੈ। ਸਭ ਵਿੱਚ ਇੱਕੋ ਹੀ ਜੀਵ ਅਦੁੱਤੀ ਹੈ ਤੇ ਅਸਚਰਜ ਹੈ।
ਜਦ ਜੀਵ ਹੀ ਜੀਵ ਹੈ ਤਾਂ ਦੇਵੇ ਕਿਸ ਨੂੰ ਤੇ ਨਾ ਕਿਸੇ ਨੂੰ ਦੇਵੇ, ਦੂਸਰਾ ਤਾਂ ਕੋਈ ਹੈ ਹੀ ਨਹੀਂ। ਜੇ ਰਾਜੇ ਤੋਂ ਕੋਈ ਰਾਜ ਮੰਗੇ ਤੇ ਰਾਜਾ ਰਾਜ ਦੇ ਦੇਵੇ ਤਾਂ ਰਾਜਾ ਆਪਣੀ ਕਿਰਤ ਪੂਰੀ ਨਹੀਂ ਕਰ ਰਿਹਾ। ਭਾਵ ਕਿ ਰਾਜੇ ਦਾ ਰੋਲ ਇਹੀ ਹੈ ਕਿ ਉਹਨੇ ਰਾਜ ਕਰਨਾ ਹੈ, ਆਪਣਾ ਰਾਜ ਕਿਸੇ ਹੋਰ ਨੂੰ ਨਹੀਂ ਦੇਣਾ, ਇਹੀ ਉਹਦਾ ਰੋਲ ਹੈ। ਤੇ ਜੇ ਸਾਰੇ ਪ੍ਰਾਣੀ ਰਾਜੇ ਤੋਂ ਰਾਜ ਮੰਗਣ ਤੇ ਉਹ ਕਿਹਨੂੰ ਰਾਜ ਦੇਵੇਗਾ? ਇੰਨੇ ਰਾਜ ਕਿੱਥੋਂ ਲਿਆਂਦੇ ਜਾਣਗੇ? ਤੇ ਜੇ ਸਾਰੇ ਹੀ ਪੁਰਾਣੇ ਮਰ ਚੁੱਕੇ ਪ੍ਰਾਣੀ ਵੀ ਰਾਜੇ ਜਿਹੜੇ ਸਨ ਉਹ ਵੀ ਆ ਜਾਣ ਤਾਂ ਫਿਰ ਰਈਅਤ ਕਿਹੜੀ ਰਹਿ ਜਾਵੇਗੀ ਤੇ ਚਾਕਰ ਕੌਣ ਰਹੇਗਾ? ਜੇ ਕੋਈ ਸ਼ਾਹੂਕਾਰ ਹੋਵੇ ਤੇ ਸਾਰੇ ਭੂਤ ਪ੍ਰਾਣੀ ਸ਼ਾਹੂਕਾਰ ਤੋਂ ਧਨ ਮੰਗਣ ਕਿ ਮੈਨੂੰ ਦੇ, ਤਾਂ ਕੌਡੀ ਵੀ ਨਾ ਵੰਡੀ ਜਾਵੇ। ਸ਼ਾਹੂਕਾਰ ਆਪਣੀ ਪ੍ਰਵਿਰਤ ਦਾ ਸੁੱਖ ਗਵਾ ਬੈਠੇ, ਸ਼ਾਹੂਕਾਰ ਵੀ ਕਿਸੇ ਨੂੰ ਨਾ ਬਣਾ ਸਕੇ। ਜੇ ਸਾਰੇ ਹੀ ਸ਼ਾਹੂਕਾਰ ਬਣ ਜਾਣ ਤਾਂ ਫਿਰ ਮਿਹਨਤ ਮਸ਼ੱਕਤ ਦਾ ਕੰਮ ਕੌਣ ਕਰੇਗਾ? ਇਹ ਸਭ ਦੇਣ ਲੈਣ ਦੀ ਖੁੱਲ੍ਹ ਹੋ ਜਾਵੇ ਤਾਂ ਪ੍ਰਵਿਰਤੀ ਰੂਪੀ ਖੇਲ ਦੀ ਸਫਲਤਾ ਹੀ ਨਹੀਂ ਹੋ ਸਕਦੀ। ਸੋ ਭਾਈ ਸਾਹਿਬ ਲਿਖ ਰਹੇ ਨੇ ਕਿ ਇਹ ਜਿਹੜੇ ਰੋਲ ਨੇ, ਅਗਰ ਇਹ ਰੋਲ ਵੱਖਰੇ ਰੋਲ ਨੇ, ਕੋਈ ਵੱਡਾ ਹੈ ਕੋਈ ਛੋਟਾ ਹੈ, ਅਗਰ ਇਹ ਰੋਲ ਨਾ ਰਹਿਣ ਤਾਂ ਇਹ ਦੁਨੀਆ ਦਾ ਜਿਹੜੀ ਦੁਨੀਆਦਾਰੀ ਹੈ ਇਹ ਚੱਲ ਨਹੀਂ ਸਕਦੀ। ਤਾਂ ਇਹ ਜਿਹੜਾ ਖੇਲ ਹੈ ਇਹ ਖੇਲਿਆ ਨਹੀਂ ਜਾ ਸਕਦਾ। ਇਹ ਦੇਵਣਾ ਲੈਵਣਾ ਭਰਮ ਹੈ। ਮੁੱਢ ਨੂੰ ਹੀ ਪਾਣੀ ਦੇਣ ਦੇ ਨਾਲ ਦਰਖਤ ਦੇ ਸਾਰੇ ਪੱਤੇ ਹਰੇ ਭਰੇ ਹੋ ਜਾਂਦੇ ਨੇ। ਜੇਕਰ ਪੱਤਰ ਨੂੰ ਪਾਣੀ ਦਿੱਤਾ ਜਾਵੇ ਤਾਂ ਪੂਰਾ ਨਹੀਂ ਹੋ ਸਕਦਾ। ਭੁੱਲ ਜਾਈਦਾ ਹੈ ਜੀਵ ਸ਼ੁੱਧ ਹੈ, ਸੰਸਾਰ ਦਾ ਬੀਜ ਹੰਕਾਰ ਹੈ ਅਤੇ ਮੁੱਢ ਮਨ ਹੈ ਤੇ ਤਨ ਪੇੜ ਹੈ। ਤਿੰਨ ਗੁਣ ਰਜੋ ਤਮੋ ਤੇ ਸਤੋ ਦਰਖਤ ਦੀਆਂ ਸ਼ਾਖਾਂ ਨੇ ਤੇ ਜਿੰਨੇ ਭੂਤ ਪ੍ਰਾਣੀ ਨੇ ਉਹ ਸਭ ਪੱਤੇ ਨੇ। ਜਦ ਮਨ ਨੂੰ ਤ੍ਰਿਪਤ ਕਰੋ ਤਾਂ ਸਭ ਨੂੰ ਸ਼ਾਂਤੀ ਆ ਜਾਂਦੀ ਹੈ। ਜਦ ਇਸ ਮਨ ਨੂੰ ਤ੍ਰਿਸ਼ਨਾ ਰੂਪੀ ਚਾਹ ਉਪਜੇ ਤਾਂ ਵਿਚਾਰ ਬਿਨਾ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਵੀ ਮਨ ਨੂੰ ਤ੍ਰਿਪਤ ਨਹੀਂ ਕਰ ਸਕਦੇ। ਕਿਉਂ ਨਹੀਂ ਤ੍ਰਿਪਤ ਕਰ ਸਕਦੇ? ਉਸ ਦਾ ਕਾਰਨ ਭਾਈ ਸਾਹਿਬ ਲਿਖਦੇ ਨੇ, ਮਨ ਸਭਨਾਂ ਦਾ ਕਾਰਨ ਹੈ ਤੇ ਤਿੰਨ ਲੋਕਾਂ ਵਿੱਚ ਮਨ ਦਾ ਰਾਜ ਹੈ। ਜਿਵੇਂ ਕਿ ਕਾਰਜ ਭਾਵ ਕਿ ਇਫੈਕਟ ਦੇ ਨਾਲ ਕਾਰਨ ਜਿਹਨੂੰ ਕਿ ਕੌਜ਼ ਕਹਿੰਦੇ ਨੇ ਤ੍ਰਿਪਤ ਨਹੀਂ ਕੀਤਾ ਜਾ ਸਕਦਾ, ਤਿਵੇਂ ਹੀ ਮਨ ਦੇ ਤ੍ਰਿਪਤ ਹੋਇਆਂ ਬਗੈਰ ਕੋਈ ਵੀ ਤ੍ਰਿਪਤ ਨਹੀਂ ਹੋ ਸਕਦਾ। ਇਸ ਦਾ ਦ੍ਰਿਸ਼ਟਾਂਤ ਇਹ ਹੈ, ਆਕਾਸ਼ ਬਾਕੀ ਦੇ ਚਾਰ ਤੱਤਾਂ ਨੂੰ ਥਾਂ ਦੇ ਰਿਹਾ ਹੈ। ਪ੍ਰਿਥਵੀ, ਤੇਜ, ਜਲ, ਵਾਯੂ ਸਭ ਆਕਾਸ਼ ਦੇ ਵਿੱਚ ਨੇ, ਪਰ ਇਹਨਾਂ ਦੇ ਨਾਲ ਆਕਾਸ਼ ਭਰਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਤਿੰਨ ਲੋਕਾਂ ਦੇ ਨਾਲ ਵੀ ਮਨ ਨਹੀਂ ਤ੍ਰਿਪਤ ਹੁੰਦਾ, ਕਿਉਂਕਿ ਮਨ ਤਿੰਨਾਂ ਲੋਕਾਂ ਦਾ ਕਾਰਨ ਹੈ। ਸੋ ਤਿੰਨ ਲੋਕ ਜਿਹੜੇ ਨੇ ਉਹ ਮਨ ਕਾਰਨ ਬਣਦੇ ਨੇ ਤੇ ਜਿਹੜਾ ਕਾਰਨ ਆ ਉਹ ਜਿਹੜਾ ਕਾਰਜ ਆ ਉਹਨੂੰ ਭਾਵ ਕਿ ਇਫੈਕਟ ਨੂੰ ਜਿਹੜਾ ਹੈ ਉਹ ਤ੍ਰਿਪਤ ਨਹੀਂ ਕਰ ਸਕਦਾ। ਤੇ ਮਨ ਤੋਂ ਹੀ ਤਿੰਨੇ ਲੋਕ ਉਪਜਦੇ ਨੇ, ਇਸ ਲਈ ਮਨ ਨੂੰ ਤ੍ਰਿਪਤ ਨਹੀਂ ਕਰ ਸਕਦੇ। ਅੱਗੇ ਭਾਈ ਸਾਹਿਬ ਹੋਰ ਉਦਾਹਰਨ ਦਿੰਦੇ ਨੇ ਜਿਹਦੇ ਵਿੱਚ ਉਹ ਦੱਸਦੇ ਨੇ ਸਵਕਤ। ਇਹ ਜਿਹੜੇ ਸ਼ਬਦ ਹੈ ਮੈਂ ਤਾਂ ਪਹਿਲੀ ਵਾਰੀ ਜਿਹੜੇ ਹੈ ਪੜ੍ਹੇ ਨੇ, ਸਵਕਤ, ਜਿਹਨੂੰ ਕਿ ਮਟੀਰੀਅਲ ਉਹਨਾਂ ਨੇ ਬ੍ਰੈਕਟ ਦੇ ਵਿੱਚ ਲਿਖਿਆ ਹੈ। ਕਹਿੰਦੇ ਨੇ ਸਵਕਤ ਦੇ ਨਾਲ ਸਵਕਤ ਹੀ ਤ੍ਰਿਪਤ ਕੀਤਾ ਜਾ ਸਕਦਾ ਹੈ। ਜੈਸੇ ਕਿ ਸਰੀਰ ਜੋ ਕਿ ਸਵਕਤ ਭਾਵ ਕਿ ਮਟੀਰੀਅਲ ਹੈ, ਇਸ ਨੂੰ ਅੰਨ ਦੇ ਨਾਲ ਜਿਹੜਾ ਕਿ ਮਟੀਰੀਅਲ ਹੈ ਉਹਦੇ ਸਰੀਰ ਦੇ ਵਿੱਚ ਪਾਈਏ ਤਾਂ ਸਰੀਰ ਦੀ ਭੁੱਖ ਜਿਹੜੀ ਆ ਉਹ ਤ੍ਰਿਪਤ ਹੋ ਜਾਂਦੀ ਹੈ। ਪਰ ਦੂਜੇ ਪਾਸੇ ਮਨ ਅਵਕਤ ਹੈ, ਜਿਹਨੂੰ ਕਿ ਮੈਂਟਲ ਕਿਹਾ ਉਹਨਾਂ ਨੇ। ਇਸ ਦੀ ਤ੍ਰਿਸ਼ਨਾ ਨੂੰ ਵਿਚਾਰ ਵਿਵੇਕ ਜੋ ਕਿ ਅਵਕਤ ਹੈ ਤ੍ਰਿਪਤ ਕਰਦੀ ਹੈ। ਸੋ ਮਨ ਜਿਹੜਾ ਹੈ, ਜਿਹੜੀ ਤ੍ਰਿਸ਼ਨਾ ਹੈ, ਤ੍ਰਿਸ਼ਨਾ ਪਰ ਮਨ ਜੋ ਕਿ ਅਵਕਤ ਹੈ ਮੈਂਟਲ ਹੈ, ਇਸ ਦੀ ਤ੍ਰਿਸ਼ਨਾ ਇਹਦੇ ਵਿੱਚ ਉਪਜ ਪਵੇ ਤਾਂ ਉਸ ਨੂੰ ਵਿਚਾਰ ਭਾਵ ਵਿਵੇਕ ਦੇ ਨਾਲ, ਜੋ ਕਿ ਵਿਵੇਕ ਵੀ ਅਵਕਤ ਹੈ, ਫੇਰ ਤ੍ਰਿਪਤੀ ਜਿਹੜੀ ਹੈ ਮਨ ਦੀ ਹੁੰਦੀ ਹੈ। ਅਵਕਤ ਸ਼ਾਸਤਰ ਨੂੰ ਤੇ ਹੀ ਮਾਰ ਕਰਦਾ ਹੈ। ਮਨ ਅਵਕਤ ਹੈ ਤੇ ਮਨ ਤੋਂ ਤ੍ਰਿਸ਼ਨਾ ਰੂਪੀ ਅਵਿਦਿਆ ਉਪਜ ਕੇ
ਮਨ ਨੂੰ ਦੁਖੀ ਕਰਦੀ ਹੈ। ਇਸੇ ਤਰ੍ਹਾਂ ਵਿਦਿਆ ਰੂਪੀ ਵਿਚਾਰ ਵਿਵੇਕ ਜਿਹਨੂੰ ਕਹਿੰਦੇ ਨੇ, ਉਹ ਵੀ ਅਵਕਤ ਹੈ, ਮਟੀਰੀਅਲ ਨਹੀਂ ਹੈਗਾ। ਉਹ ਮਨ ਨੂੰ ਸ਼ਾਂਤੀ ਜਿਹੜਾ ਹੈ, ਵਿਵੇਕ ਜਿਹੜਾ ਹੈ, ਵਿਚਾਰ ਨੇ ਉਹ ਦਿੰਦੇ ਨੇ। ਜਿਸ ਤਰ੍ਹਾਂ ਦਿਨ ਅਤੇ ਰਾਤ ਆਕਾਸ਼ ਦੇ ਆਸਰੇ ਤੇ ਨੇ। ਜਦ ਸੂਰਜ ਅਸਤ ਹੁੰਦਾ ਹੈ, ਛੁਪ ਜਾਂਦਾ ਹੈ, ਆਕਾਸ਼ ਦੇ ਵਿੱਚ ਹਨੇਰਾ ਛਾ ਜਾਂਦਾ ਹੈ, ਤੇ ਜਦ ਸੂਰਜ ਚੜ੍ਹਦਾ ਹੈ ਤਾਂ ਆਕਾਸ਼ ਦੇ ਵਿੱਚ ਚਾਨਣ ਹੋ ਜਾਂਦਾ ਹੈ। ਇਸੇ ਤਰ੍ਹਾਂ ਵਿਦਿਆ ਅਵਿਦਿਆ ਜੀਵ ਦਾ ਆਧਾਰ ਹੈ। ਹਰ ਵਿਚਾਰ ਰੂਪ ਸੂਰਜ ਪ੍ਰਗਟ ਹੁੰਦਾ ਹੈ, ਤਦ ਗਿਆਨ ਰੂਪੀ ਚਾਨਣਾ ਹੋ ਜਾਂਦਾ ਹੈ। ਜੋ ਪ੍ਰਸ਼ਨ ਕੀਤਾ ਗਿਆ ਸੀ ਕਿ ਜੇਕਰ ਜੀਵ ਇੱਕ ਹੀ ਹੈ ਤੇ ਫਿਰ ਇੱਕ ਤੋਂ ਚੀਜ਼ ਮੰਗੇ ਤੇ ਉਹ ਦਿੰਦਾ ਕਿਉਂ ਨਹੀਂ, ਉਸ ਪ੍ਰਸ਼ਨ ਦਾ ਉੱਤਰ ਇਹੀ ਹੈ ਫਿਰ, ਜਿਸ ਤਰ੍ਹਾਂ ਸੁਪਨੇ ਦੇ ਵਿੱਚ ਤੁਹਾਤੋਂ ਕਿਸੇ ਨੇ ਕੋਈ ਚੀਜ਼ ਮੰਗੀ ਤਾਂ ਤੁਸੀਂ ਉਸ ਨੂੰ ਨਾ ਦਿੱਤੀ, ਜਾਂ ਕਿਸੇ ਨੇ ਮੰਗੀ ਤਾਂ ਤੁਸੀਂ ਉਸ ਨੂੰ ਦੇ ਦਿੱਤੀ। ਜਿਸ ਨੇ ਮੰਗੀ ਤੇ ਤੁਸੀਂ ਦੇ ਦਿੱਤੀ ਉਹ ਕੌਣ ਸੀ? ਜਿਸ ਨੇ ਮੰਗੀ ਤੇ ਤੁਸੀਂ ਨਹੀਂ ਦਿੱਤੀ ਉਹ ਕੌਣ ਸੀ? ਉਹ ਚੀਜ਼ ਕੀ ਸੀ? ਤੇ ਨਾ ਹੀ ਕੋਈ ਚੀਜ਼ ਸੀ, ਨਾ ਕੋਈ ਮੰਗਣ ਵਾਲਾ ਸੀ, ਨਾ ਹੀ ਕਿਸੇ ਨੂੰ ਦਿੱਤੀ ਗਈ ਸੀ। ਇਹ ਇੱਕ ਸੁਪਨਾ ਸੀ। ਤੇ ਉਸ ਤਰ੍ਹਾਂ ਦਾ ਜਿਹੜਾ ਭਾਈ ਸਾਹਿਬ ਦਾ ਇਸ਼ਾਰਾ ਹੈ ਕਿ ਇਹ ਦੁਨੀਆ ਵੀ ਉਸੇ ਤਰ੍ਹਾਂ ਦਾ ਸੁਪਨਾ ਹੈ। ਜਦੋਂ ਇਸ ਦੁਨੀਆ ਦੀ ਮਾਇਆ ਤੋਂ ਬੰਦਾ ਉੱਪਰ ਉੱਠਦਾ ਹੈ ਤੇ ਉਸ ਨੂੰ ਇਹ ਜਿਹੜੀ ਦੁਨੀਆ ਹੈ ਉਸੇ ਤਰ੍ਹਾਂ ਲੱਗਦੀ ਹੈ, ਉਸੇ ਤਰ੍ਹਾਂ ਉਹਦੇ ਜਿਹੜੇ ਵਰਤਾਰੇ ਲੱਗਦੇ ਨੇ ਜਿਵੇਂ ਕਿ ਸੁਪਨੇ ਦੇ ਵਿੱਚ ਸੁਪਨੇ ਦੇ ਵਰਤਾਰੇ ਸਾਨੂੰ ਲੱਗਦੇ ਨੇ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। ਬਾਹਰ ਨੇ ਬਲਿਹਾਰ ਨੇ ਲੱਖ ਬਰੀਆ, ਨਮੋ ਨਾਮ ਸਾਹਿਬ ਕੋ ਪ੍ਰਾਨ ਅਧਰਿਆ, ਨਮੋ ਨਾਮ ਸਾਹਿਬ ਕੋ ਪ੍ਰਾਨ ਅਧਰਿਆ। ਬਾਹਰ ਨੇ ਬਲਿਹਾਰ ਨੇ ਲੱਖ ਬਰੀਆ, ਬਾਹਰ ਨੇ ਬਲਿਹਾਰ ਨੇ ਲੱਖ ਬਰੀਆ, ਨਮੋ ਨਾਮ ਸਾਹਿਬ ਕੋ ਪ੍ਰਾਨ ਅਧਰਿਆ, ਨਮੋ ਨਾਮ ਸਾਹਿਬ ਕੋ ਪ੍ਰਾਨ ਅਧਰਿਆ। ਕਰਨ ਕਰਾਵਨ ਤੂੰ ਹੀ ਏਕ, ਜੀ ਜੰਤ ਕੀ ਤੂੰ ਹੀ ਭੇਤ। ਕਰਨ ਕਰਾਵਨ ਤੂੰ ਹੀ ਏਕ, ਜੀ ਜੰਤ ਕੀ ਤੂੰ ਹੀ ਭੇਤ। ਬਾਹਰ ਨੇ ਬਲਿਹਾਰ ਨੇ ਲੱਖ ਬਰੀਆ, ਬਾਹਰ ਨੇ ਬਲਿਹਾਰ ਨੇ ਲੱਖ ਬਰੀਆ, ਨਮੋ ਨਾਮ ਸਾਹਿਬ ਕੋ ਪ੍ਰਾਨ ਅਧਰਿਆ, ਪ੍ਰਾਨ ਅਧਰਿਆ, ਪ੍ਰਾਨ ਅਧਰਿਆ। ਰਾਜ ਜੋ ਬਨ ਪ੍ਰਭ ਤੂੰ ਧਨੀ, ਤੂੰ ਨਿਰਗੁਣ ਤੂੰ ਸਰਗੁਣੀ। ਰਾਜ ਜੋ ਬਨ ਪ੍ਰਭ ਤੂੰ ਧਨੀ, ਤੂੰ
निर्गुण दूसर गुणी बाहर ने बलिहार ने लख बरिया बाहर ने बलिहार ने लख बरिया नमो नमो साहिब को प्राण अधरिया प्राण अधरिया प्राण अधरिया इहा तुम रखे गुर कृपा ते को रखे इहा तुम रखे गुर कृपा ते को रखे बाहर ने बलिहार ने लख बरिया बाहर ने बलिहार ने लख बरिया नमो ना साहिब को प्राण अधरिया प्राण अधरिया प्राण अधरिया अंतर जामी प्रभ सुजान नानक तकिया तू ही तान अंतर जामी प्रभ सुजान नानक तकिया तू ही तान बाहर ने बलिहार ने लख बरिया बाहर ने बलिहार ने लख बरिया नमो ना साहिब को प्राण अधरिया प्राण अधरिया प्राण अधरिया बाहर ने बलिहार ने लख बरिया बाहर ने बलिहार ने लख बरिया नमो ना साहिब को प्राण अधरिया नमो ना साहिब को प्राण अधरिया नमो ना साहिब को प्राण अधरिया ਹਾਂਜੀ ਇਹ ਸਨ ਭਾਈ ਨਿਰੰਜਨ ਸਿੰਘ ਜੀ ਯਵਾਦੀ ਕਰਾਮ ਵਾਲੇ ਜਿਨ੍ਹਾਂ ਦੇ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਤੇ ਅਸੀਂ ਇਸ ਸ਼ਬਦ ਤੋਂ ਪਹਿਲਾਂ ਅਨੁਭਵ ਪ੍ਰਕਾਸ਼ ਕਿਤਾਬਚੇ ਦੇ ਵਿੱਚੋਂ ਭਾਈ ਰਘਵੀਰ ਸਿੰਘ ਜੀ ਵੀਰ ਉਹਨਾਂ ਦੇ ਲਿਖੇ ਹੋਏ ਸਵਾਲ ਜਵਾਬ ਜਿਹੜੇ ਨੇ ਉਹ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਸਾਂ। ਇਹ ਸਾਰੀ ਕਿਤਾਬ ਜਿਹਦੇ ਵਿੱਚ ਜਿਹੜਾ ਹੈ ਇੱਕ ਤੁਕ ਨੂੰ ਆਧਾਰ ਬਣਾਇਆ ਗਿਆ ਹੈ, ਜੀਓ ਏਕ ਅਰ ਸਗਲ ਸਰੀਰਾ, ਭਾਵ ਕਿ ਸਾਰੇ ਸਰੀਰਾਂ ਦੇ ਵਿੱਚ ਜਿਹੜਾ ਜੀਵ ਆਤਮਾ ਹੈ ਉਹ ਇੱਕ ਹੀ ਹੈ। ਤੇ ਆਮ ਸਾਡੇ ਮਨ ਦੇ ਵਿੱਚ
ਸ਼ੰਕੇ ਉਪਜਦੇ ਨੇ ਕਿ ਅਗਰ ਇੱਕ ਹੀ ਆਤਮਾ ਹੈ ਤੇ ਸਾਰਾ ਜਿਹੜਾ ਹੈ ਝਗੜਾ ਫੇ ਕਿਸ ਗੱਲ ਦਾ ਹੈ। ਤੇ ਇਸੇ ਹੀ ਜਿਹੜੀ ਵਿਚਾਰ ਆ ਉਹਨੂੰ ਵੱਖਰੀਆਂ ਵੱਖਰੀਆਂ ਉਦਾਹਰਨਾਂ ਦੇ ਕੇ ਭਾਈ ਸਾਹਿਬ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਗਲਾ ਸਵਾਲ ਹੈ ਕਿ ਜੇਕਰ ਸਭਨਾ ਸਰੀਰਾਂ ਦੇ ਵਿੱਚ ਇੱਕੋ ਹੀ ਜੀਵ ਹੈ ਤਾਂ ਗੁੱਸੇ ਵਿੱਚ ਆ ਕੇ ਇੱਕ ਸਰੀਰ ਦੂਸਰੇ ਸਰੀਰ ਦਾ ਖੂਨ ਕਿਉਂ ਕਰ ਦਿੰਦਾ ਹੈ? ਇੱਕ ਆਦਮੀ ਦੂਸਰੇ ਆਦਮੀ ਨੂੰ ਕ੍ਰੋਧ ਵਿੱਚ ਆ ਕੇ ਕਤਲ ਕਿਉਂ ਕਰ ਦਿੰਦਾ ਹੈ? ਤੇ ਇਹਦਾ ਜਵਾਬ ਭਾਈ ਸਾਹਿਬ ਦੇ ਰਹੇ ਨੇ, ਅਵਿਦਿਆ ਰੂਪੀ ਅਸਮਝ ਵਿਦਿਆ ਰੂਪੀ ਸਮਝ ਦੇ ਉੱਤੇ ਗਲਬਾ ਪਾ ਦਿੰਦੀ ਹੈ। ਸੋ ਸਾਡਾ ਜਿਹੜਾ ਸੌਫਟਵੇਅਰ ਚੱਲਦਾ ਹੈ, ਕਈ ਵਾਰੀ ਉਹਦੇ 'ਚ ਵਾਇਰਸ ਆ ਜਾਂਦਾ ਹੈ। ਮੈਂ ਤਾਂ ਇਹੀ ਸਮਝਦਾ ਇੱਥੋਂ ਜਿਹੜੀ ਅਵਿਦਿਆ ਹੈ, ਸਾਡੀ ਅਵਿਦਿਆ ਰੂਪੀ ਅਸਮਝ, ਸਮਝ ਹੁੰਦੀ ਹੈ ਚੰਗੇ ਕੰਮ ਕਰਨ ਦੀ, ਅਸਮਝ ਜਿਹੜੀ ਹੈ ਜਿਹਦੇ ਬਾਰੇ ਨਾ ਸਮਝ ਸਕੀਏ, ਵਿਦਿਆ ਰੂਪੀ ਸਮਝ ਉੱਤੇ ਆ ਕੇ ਆਪਣਾ ਜਿਹੜਾ ਹੈ ਉਹਨੂੰ ਉੱਤੇ ਗਲਬਾ ਪਾ ਦਿੰਦੀ ਹੈ ਤੇ ਇਹ ਆਪਣੇ ਆਪ ਨੂੰ ਦੇਹੀ ਮੰਨਣ ਲੱਗ ਪੈਂਦਾ ਹੈ। ਜਿਹੜਾ ਜੀਵ ਹੈ ਉਹ ਸੋਚਦਾ ਕਿ ਮੈਂ ਆ ਸਰੀਰ ਹੀ ਹਾਂ। ਉਹ ਭੁੱਲ ਜਾਂਦਾ ਹੈ ਕਿ ਮੇਰੇ ਪਿੱਛੇ ਜਿਹੜੀ ਕਿਹੜੀ ਚੀਜ਼ ਕੰਮ ਕਰਦੀ ਹੈ ਤੇ ਇਹ ਦੂਸਰਿਆਂ ਨੂੰ ਵੀ ਫਿਰ ਦੇਹ ਹੀ ਮੰਨਦਾ ਹੈ ਤੇ ਆਪਣੇ ਤੋਂ ਵੱਖਰਾ ਜਾਣਦਾ ਹੈ। ਇਸੇ ਕਰਕੇ ਰਾਗ ਦਵੈਤ ਪੈਦਾ ਹੁੰਦਾ ਹੈ। ਸੋ ਤਕਰਾਰ ਜਿਹੜੀ ਇਹ ਪੈਦਾ ਹੁੰਦੀ ਹੈ ਜਿਹੜਾ ਮਨ ਦੇ ਵਿੱਚ। ਇਸੇ ਕਰਕੇ ਤ੍ਰਿਸ਼ਨਾ ਅਤੇ ਬਖੀਲੀ ਉਪਜਦੇ ਨੇ। ਇਸੇ ਤਰ੍ਹਾਂ ਹੀ ਅਵਿਦਿਆ ਰੂਪੀ ਅਸਮਝ ਨੂੰ ਧਾਰਨ ਕਰਦਾ ਜੀਵ ਗੁੱਸੇ ਵਿੱਚ ਆ ਕੇ ਕਤਲ ਕਰ ਦਿੰਦਾ ਹੈ। ਆਪਣੇ ਸੁੱਖ ਲਈ ਜੀਵ ਠਗੀ, ਦਗੇਬਾਜ਼ੀ ਤੇ ਪਖੰਡਾਦ ਕਰਦਾ ਹੈ। ਪਰ ਜਦ ਇਹ ਜੀਵ ਆਪਣੇ ਆਪ ਦੇ ਵਿਚਾਰ ਵਿੱਚ ਪੈਂਦਾ ਹੈ ਤੇ ਵਿਵੇਕ ਭਾਵ ਵਿਚਾਰ ਕਰਦਾ ਹੈ, ਤਦ ਅਸਮਝ ਰੂਪੀ ਅਗਿਆਨਤਾ ਅਤੇ ਇਸ ਤੋਂ ਪੈਦਾ ਹੋਏ ਰਾਗ ਦਵੈਤ ਮਿਟ ਜਾਂਦੇ ਨੇ ਤੇ ਜੀਵ ਆਪਣੇ ਆਪ ਨੂੰ ਅਦੁੱਤੀ ਅਸਚਰਜ ਦਾ ਅਦੁੱਤੀ ਦੇਖਦਾ ਹੈ। ਸੋ ਉਹਨਾਂ ਨੇ ਇਹ ਦੱਸਿਆ ਹੈ ਕਿ ਜਦੋਂ ਸਾਡੀ ਸਮਝ ਤੇ ਪੜਦਾ ਪੈ ਜਾਂਦਾ, ਕਹਿੰਦੇ ਅਕਲ ਤੇ ਪੜਦਾ ਪੈ ਜਾਂਦਾ ਹੈ ਤੇ ਸਾਨੂੰ ਜਿਹੜਾ ਹੈ ਗੁੱਸਾ ਜਿਹੜਾ ਆਉਂਦਾ ਹੈ, ਅਸੀਂ ਆਪਣੇ ਆਪ ਨੂੰ ਸਰੀਰ, ਕਿਸੇ ਨੇ ਕਿਹਾ ਤੂੰ ਏਦਾਂ ਦਾ ਦਿਸਦਾ ਹੈ ਤੇ ਦਿਸਦਾ ਤਾਂ ਸਰੀਰ ਹੀ ਹੈ ਨਾ। ਤੇ ਉਤੋਂ ਫਿਰ ਗੁੱਸਾ ਹੋਇਆ, ਤੂੰ ਮੈਨੂੰ ਐਂ ਕਿਹਾ, ਤੂੰ ਮੈਨੂੰ ਓਂ ਕਿਹਾ। ਤੇ ਉਹ ਜਿਹੜਾ ਹੈ ਸਰੀਰ ਫਿਰ ਜਿਹੜਾ ਹੈ ਗੁੱਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਹ ਗੁੱਸੇ ਦੇ ਵਿੱਚ ਆ ਕੇ ਜਿਹੜਾ ਕੰਮ ਕਰਦਾ ਹੈ ਤੇ ਉਹ ਜਿਹੜਾ ਹੈ ਉਹ ਸ਼ੁੱਧ ਨਹੀਂ ਹੁੰਦਾ, ਸਹੀ ਨਹੀਂ ਹੁੰਦਾ। ਅਗਲਾ ਸਵਾਲ ਹੈ ਰਾਗ ਦਵੈਤ। ਉਹਦੇ 'ਚ ਵੀ ਇਹਨਾਂ ਨੇ ਇਹ ਜਿਹੜੇ ਸ਼ਬਦ ਲਿਖਿਆ ਹੈ ਤੇ ਗਿਆਨਵਾਨਾਂ ਦੇ ਵਿੱਚ ਵੀ ਰਾਗ ਦਵੈਤ ਦਿਸਦਾ ਹੈ। ਅੱਛਾ, ਉਹ ਆਪਣੇ ਸਰੀਰ ਨੂੰ ਖੁਰਾਕ ਤੇ ਪਾਣੀ ਨਾਲ ਪਾਲਦੇ ਨੇ ਤੇ ਸਰਦੀ, ਗਰਮੀ, ਬਾਰਿਸ਼, ਅੰਧੇਰੀ ਆਦਿ ਤੋਂ ਸਰੀਰ ਨੂੰ ਬਚਾਉਂਦੇ ਨੇ। ਆਪਣੇ ਆਪ ਦੀ ਚੋਰ ਅਚੱਕਿਆਂ ਤੋਂ ਵੀ ਰੱਖਿਆ ਕਰਦੇ ਨੇ। ਇਹ ਕਹਿੰਦੇ ਆ ਵੀ ਜੇਕਰ ਸਭ ਕੁਝ ਜਿਹੜਾ ਹੈ ਖੇਲ ਹੀ ਹੈ, ਆਮ ਬੰਦਾ ਇਹ ਕਹੇਗਾ, ਤਾਂ ਫਿਰ ਜਿਹੜੇ ਬੰਦੇ ਗਿਆਨਵਾਨ ਵੀ ਨੇ, ਜਿਨ੍ਹਾਂ ਨੂੰ ਸਭ ਕੁਝ ਪਤਾ ਵੀ ਹੈ, ਉਹ ਵੀ ਕਿਉਂ ਇਹੋ ਜਿਹੀਆਂ ਕਾਰਾਂ ਕਰਦੇ ਨੇ, ਆਪਣੇ ਸਰੀਰ ਨੂੰ ਖੁਰਾਕ ਦਿੰਦੇ ਨੇ ਤੇ ਹੋਰ ਗਰਮੀ ਸਰਦੀ ਤੋਂ ਬਚਾਉਂਦੇ ਨੇ ਤੇ ਚੋਰਾਂ ਚੱਕਿਆਂ ਤੋਂ ਵੀ ਰੱਖਿਆ ਕਰਦੇ ਨੇ। ਜੇਕਰ ਸਾਰਿਆਂ ਦੇ ਵਿੱਚ ਜੀਵ ਆਤਮਾ ਇੱਕੋ ਹੀ ਆ ਤਾਂ ਫਿਰ ਉਹਨਾਂ ਨੂੰ ਇਹੋ ਜਿਹਾ ਕਰਨ ਦੀ ਕੀ ਲੋੜ ਹੈ? ਆਮ ਬੰਦੇ ਦੇ ਮਨ ਦੇ ਵਿੱਚ ਇਹੋ ਜਿਹਾ ਸਵਾਲ ਆਉਂਦਾ ਹੈ ਤੇ ਉਹਦਾ ਜਵਾਬ ਜਿਹੜਾ ਭਾਈ ਸਾਹਿਬ ਦਿੰਦੇ ਨੇ ਕਿ ਸਰੀਰ ਤਾਂ ਅੰਧਾ ਮਿੱਟੀ ਦਾ ਟੁਕੜਾ ਹੈ। ਸਰੀਰ ਆਪਣੇ ਆਪ ਦੇ ਵਿੱਚ ਜਿਹੜਾ ਹੈ ਇਹਦਾ ਕੋਈ ਜਿਹੜਾ ਹੈ ਬਿਲਕੁਲ ਮਿੱਟੀ ਹੈ। ਜੇਕਰ ਇਸ ਦੀ ਰੱਖਿਆ ਨਾ ਕੀਤੀ ਜਾਵੇ ਤਾਂ ਜੀਵ ਨੂੰ ਸਰੀਰ ਕਰਕੇ ਦੁਖੀ ਹੋਣਾ ਪਵੇਗਾ। ਜਿਹੜਾ ਵਿੱਚ ਵਸ ਰਿਹਾ ਹੈ ਉਹਨੂੰ ਫਿਰ ਦੁਖੀ ਹੋਣਾ ਪਵੇਗਾ ਅਗਰ ਇਹਦੀ ਰੱਖਿਆ ਨਹੀਂ ਕੀਤੀ ਜਾਂਦੀ। ਪਰ ਸਰੀਰ ਦਾ ਧਿਆਨ ਰੱਖਣ ਨੂੰ ਰਾਗ ਨਹੀਂ ਆਖਦੇ। ਤੇ ਫਿਰ ਰਾਗ ਕੀ ਹੋਇਆ? ਰਾਗ ਇਸ ਨੂੰ ਆਖਦੇ ਨੇ ਆਪਣੇ ਸਰੀਰ ਲਈ ਕਿਸੇ ਜੀਵ ਦਾ ਘਾਤ ਕਰਨਾ, ਕਿਸੇ ਜੀਵ ਨੂੰ ਦਿਖਾਉਣਾ, ਕਿਸੇ ਦਾ ਕੁਝ ਚੁਰਾਉਣਾ ਜਾਂ ਛੁਪਾਉਣਾ, ਅਧਰਮ ਕਰਕੇ ਸਰੀਰ ਦੀ ਰੱਖਿਆ ਕਰਨੀ, ਗਲਤ ਤਰੀਕੇ ਦੇ ਨਾਲ ਸਰੀਰ ਦੀ ਰੱਖਿਆ ਕਰਨੀ। ਭਾਵ ਕਿ ਵਿਚਾਰਵਾਨ ਆਪਣੇ ਸਰੀਰ ਨੂੰ ਜੜ ਅਤੇ ਅੰਧ ਦੇਖਦਾ ਹੈ
ਸੋ ਇਹ ਜੜ ਹੈ ਸਰੀਰ। ਸਰੀਰ ਦੀ ਕਿਰਿਆ ਦਾ ਅਭਿਮਾਨ ਨਹੀਂ ਕਰਦਾ, ਭਾਵ ਕਿ ਜੇ ਸਰੀਰ ਜੜ ਹੀ ਹੈ ਤੇ ਕੋਈ ਭਲਵਾਨ ਆ, ਉਹ ਕਹਿੰਦਾ ਮੈਂ ਬੜਾ ਸ਼ਕਤੀਸ਼ਾਲੀ ਹਾਂ, ਤੇ ਫਿਰ ਉਹ ਭਲਵਾਨੀ ਦਾ ਵੀ ਅਭਿਮਾਨ ਨਹੀਂ ਕਰੇਗਾ। ਜੇ ਇੱਕ ਵਿਚਾਰਵਾਨ ਦੂਸਰੀ ਦੇਹ ਦੀ ਜਲ ਦੇ ਨਾਲ, ਖੁਰਾਕ ਦੇ ਨਾਲ, ਬਸਤਰ ਦੇ ਨਾਲ ਸੇਵਾ ਕਰਦਾ ਹੈ ਤੇ ਉਸ ਦੇ ਨਾਲ ਉਸ ਨੂੰ ਕੀ ਰਾਗ ਹੋ ਸਕਦਾ ਹੈ। ਜੇਕਰ ਕਿਸੇ ਆਦਮੀ ਦੇ ਪਿੱਛੇ ਸੱਪ ਹੈ ਤੇ ਦੂਸਰੇ ਆਦਮੀ ਨੇ ਉਸ ਨੂੰ ਕਿਹਾ ਦੇਖ ਤੇਰੇ ਪਿੱਛੇ ਸੱਪ ਹੈ, ਤਾਂ ਉਸ ਨੂੰ ਇਸ ਦੇ ਨਾਲ ਕੀ ਰਾਗ ਹੋਇਆ, ਭਾਵ ਕਿ ਉਹ ਜਿਹੜਾ ਹੈ ਮਤਲਬ ਦੀ ਗੱਲ ਨਹੀਂ ਹੈ, ਉਹ ਆਪਣਾ ਜਿਹੜਾ ਫਰਜ਼ ਹੈ ਜਿਹੜਾ ਇੱਕ ਸਰੀਰ ਦਾ, ਉਹ ਦੂਸਰਾ ਸਰੀਰ ਨੂੰ ਦੱਸ ਰਿਹਾ ਹੈ। ਇਸ ਤਰ੍ਹਾਂ ਦਾ ਹੋਰ ਦ੍ਰਿਸ਼ਟਾਂਤ ਸੁਣੋ। ਜਦ ਜੀਵ ਆਪਣਾ ਫੁਰਨਾ ਕਰਕੇ ਸੁਪਨਾ ਵੇਖਦਾ ਹੈ ਔਰ ਰਾਗ ਦਵੈਤ ਵਰਤਦਾ ਹੈ, ਤਦ ਰਾਗ ਦਵੈਤ ਕਿਸ ਦੇ ਨਾਲ ਵਰਤਦਾ ਹੈ? ਜਦ ਸੁਪਨੇ ਤੋਂ ਜਾਗਦਾ ਹੈ ਤਦ ਆਪਣੇ ਆਪ ਨੂੰ ਅਦੁੱਤੀ ਦਾ ਅਦੁੱਤੀ ਅਚਰਜ ਹੀ ਵੇਖਦਾ ਹੈ। ਜੀਵ ਆਪਣੇ ਆਪ ਦੇ ਵਿੱਚ ਸਤ ਚਿਤ ਆਨੰਦ ਹੈ। ਤੇ ਹੁਣ ਉਹਨਾਂ ਨੇ ਅਗਲਾ ਸਵਾਲ ਜਿਹੜਾ ਹੈ ਉਹ ਇੰਟਰੋਡਿਊਸ ਕੀਤਾ ਹੈ ਇੱਥੇ, ਸਤ ਚਿਤ ਆਨੰਦ। ਸਵਾਲ ਹੁਣ ਲਿਖਿਆ ਹੈ, ਜੀਵ ਤਾਂ ਇੱਕ ਹੈ ਪਰ ਸਤ ਚਿਤ ਆਨੰਦ ਤਿੰਨ ਹਾਲਾਤ ਹਨ। ਸਤ ਵੱਖਰੀ ਹੈ, ਚਿੱਤ ਵੱਖਰੀ ਹੈ ਤੇ ਆਨੰਦ ਵੱਖਰੀ ਹਾਲਤ ਹੈ। ਕਿਸੇ ਜੀਵ ਦੇ ਵਿੱਚ ਕੋਈ, ਕਿਸੇ ਜੀਵ ਦੇ ਵਿੱਚ ਕੋਈ ਦਿਸਦੀ ਹੈ, ਕਿਰਪਾ ਕਰਕੇ ਸਮਝਾਓ। ਤੇ ਇਸ ਤਰ੍ਹਾਂ ਸਮਝਾਉਂਦੇ ਨੇ ਅੱਗੇ, ਸਤ ਚਿਤ ਆਨੰਦ ਜੀਵ ਦੇ ਲੱਛਣ ਸਰੂਪ ਨੇ। ਜਿਸ ਤਰ੍ਹਾਂ ਕਿਸੇ ਦੇ ਚਿਹਰੇ ਦੇ ਵਿੱਚ ਅੱਖਾਂ, ਨੱਕ, ਮੂੰਹ, ਕੰਨ ਅਤੇ ਸਿਰ ਸ਼ਾਮਲ ਹੁੰਦੇ ਨੇ ਤੇ ਇਹ ਸਭ ਮਿਲ ਕੇ ਉਹਦਾ ਸਰੂਪ ਬਣਦਾ ਹੈ, ਇਸੇ ਤਰ੍ਹਾਂ ਜੀਵ ਅਸਲ ਦੇ ਵਿੱਚ ਸਤ ਚਿਤ ਆਨੰਦ ਹੈ। ਇਸ ਦਾ ਇੱਕ ਹੋਰ ਦ੍ਰਿਸ਼ਟਾਂਤ ਸੁਣੋ। ਜਿਸ ਤਰ੍ਹਾਂ ਇੱਕ ਅੱਗ ਦੇ ਵਿੱਚ ਤਿੰਨ ਸ਼ਕਤੀਆਂ ਇਕੱਠੀਆਂ ਹੁੰਦੀਆਂ ਨੇ, ਗਰਮੀ ਦੀ ਸ਼ਕਤੀ, ਸਾੜਨ ਦੀ ਸ਼ਕਤੀ ਅਤੇ ਪ੍ਰਕਾਸ਼ ਚਾਨਣ ਕਰਨ ਦੀ ਸ਼ਕਤੀ, ਇਸੇ ਤਰ੍ਹਾਂ ਜੀਵ ਦੇ ਵਿੱਚ ਵੀ ਤਿੰਨੇ ਗੁਣ ਇਕੱਠੇ ਨੇ, ਸਤ ਚਿਤ ਤੇ ਆਨੰਦ। ਤੇ ਅਗਲਾ ਸਵਾਲ ਭਾਈ ਸਾਹਿਬ ਖੜਾ ਕਰਦੇ ਨੇ, ਜੇਕਰ ਜੀਵ ਸਤ ਚਿਤ ਆਨੰਦ ਹੈ ਤਾਂ ਫਿਰ ਜੀਵ ਆਪਣੇ ਨੂੰ ਦੁਖੀ ਕਿਉਂ ਮੰਨਦਾ ਹੈ? ਉਸ ਦੇ ਆਨੰਦ ਨੂੰ ਕੌਣ ਖੋਹ ਲੈਂਦਾ ਹੈ? ਤੇ ਜਵਾਬ ਹੈ, ਜਿਸ ਤਰ੍ਹਾਂ ਅੱਗ ਦੇ ਵਿੱਚ ਆਹੂਤੀ ਪਾਵੋ ਤਾਂ ਅਗਨੀ ਦੇ ਤੇਜ ਨੂੰ ਆਹੂਤੀ ਦਬਾ ਲੈਂਦੀ ਹੈ। ਆਹੂਤੀ ਦਾ ਭਾਵ ਤਾਂ ਅਸੀਂ ਸਮਝਦੇ ਹਾਂ, ਜਿਹੜੀਆਂ ਚੀਜ਼ਾਂ ਆਮ ਤੌਰ ਤੇ ਬ੍ਰਾਹਮਣ ਪੰਡਤ ਜਿਹੜੇ ਪਾਉਂਦੇ ਨੇ ਤੇ ਉਹ ਉਨੀਆਂ ਉਹਦੇ ਨਾਲ ਜਿਹੜੀ ਹੈ ਅੱਗ ਚਮਕਦੀ ਹੈ, ਪਰ ਜਦੋਂ ਤੁਸੀਂ ਉਹਦੇ 'ਚ ਸੁੱਟਦੇ ਆ ਥੋੜੇ ਚਿਰ ਲਈ ਅੱਗ ਦਬ ਜਾਂਦੀ ਉਹਦੇ ਨਾਲ। ਇਹ ਪਰ ਜਦੋਂ ਪੱਖੇ ਦੇ ਨਾਲ ਹਵਾ ਝੱਲੋ ਤਾਂ ਅੱਗ ਫੇਰ ਚਮਕ ਉੱਠਦੀ ਹੈ। ਇਸੇ ਤਰ੍ਹਾਂ ਜੀਵ ਦੇ ਵਿੱਚ ਤ੍ਰਿਸ਼ਨਾ ਉਪਜ ਕੇ ਉਸ ਦੇ ਅਸਲੇ ਸੱਚ ਚਿਤ ਆਨੰਦ ਨੂੰ ਦਬਾ ਦਿੰਦੀ ਹੈ। ਇਹ ਪਰ ਜਦੋਂ ਵਿਚਾਰ ਰੂਪੀ ਪੱਖੇ ਦੇ ਨਾਲ ਗਿਆਨ ਰੂਪੀ ਹਵਾ ਜੀਵ ਨੂੰ ਲੱਗੇ ਤਾਂ ਤ੍ਰਿਸ਼ਨਾ ਰੂਪੀ ਉਪਾਧੀ ਭਸਮ ਹੋ ਜਾਂਦੀ ਹੈ ਤੇ ਜੀਵ ਫਿਰ ਉਸ ਦਾ ਅਸਲਾ ਸਤ ਚਿਤ ਆਨੰਦ ਪ੍ਰਗਟ ਹੋ ਜਾਂਦਾ ਹੈ। ਇੱਕ ਵਾਰੀ ਇਸ ਜਿਹੜਾ ਸਵਾਲ ਇਸ ਨੂੰ ਦੁਬਾਰਾ ਦੇਖਦੇ ਹਾਂ। ਲਿਖਿਆ ਹੈ ਕਿ ਜੇਕਰ ਜੀਵ ਸਤ ਚਿਤ ਆਨੰਦ ਹੈ ਤਾਂ ਫਿਰ ਜੀਵ ਆਪਣੇ ਆਪ ਨੂੰ ਦੁਖੀ ਕਿਉਂ ਮੰਨਦਾ ਹੈ? ਉਸ ਦੇ ਆਨੰਦ ਨੂੰ ਕੌਣ ਖੋਹ ਕੇ ਲੈ ਜਾਂਦਾ ਹੈ? ਜਵਾਬ ਦੇ ਵਿੱਚ ਭਾਈ ਸਾਹਿਬ ਲਿਖਦੇ ਨੇ ਕਿ ਜਿਸ ਤਰ੍ਹਾਂ ਅੱਗ ਦੇ ਵਿੱਚ ਆਹੂਤੀ ਪਾਵੋ ਤਾਂ ਅਗਨੀ ਦੇ ਤੇਜ ਨੂੰ ਆਹੂਤੀ ਦਬਾ ਦਿੰਦੀ ਹੈ, ਇਹ ਪਰ ਜਦ ਪੱਖੇ ਦੇ ਨਾਲ ਹਵਾ ਝੱਲੋ ਤਾਂ ਅੱਗ ਫੇਰ ਚਮਕ ਉੱਠਦੀ ਹੈ। ਇਸੇ ਤਰ੍ਹਾਂ ਜੀਵ ਦੇ ਵਿੱਚ ਤ੍ਰਿਸ਼ਨਾ ਉਪਜ ਕੇ ਉਸ ਦੇ ਅਸਲੇ ਸੱਚ ਚਿਤ ਆਨੰਦ ਨੂੰ ਦਬਾ ਦਿੰਦੀ ਹੈ। ਇਹ ਪਰ ਜਦੋਂ ਵਿਚਾਰ ਰੂਪੀ ਪੱਖੇ ਦੇ ਨਾਲ ਗਿਆਨ ਰੂਪੀ ਹਵਾ ਜੀਵ ਨੂੰ ਲੱਗਦੀ ਹੈ ਤਾਂ ਤ੍ਰਿਸ਼ਨਾ ਰੂਪੀ ਉਪਾਧੀ ਭਸਮ ਹੋ ਜਾਂਦੀ ਹੈ ਤੇ ਜੀਵ ਫਿਰ ਉਸ ਆਪਣੇ ਅਸਲੇ ਦੇ ਵਿੱਚ ਜਿਹੜਾ ਕਿ ਸਤ ਚਿਤ ਆਨੰਦ ਹੈ ਪ੍ਰਗਟ ਹੋ ਜਾਂਦਾ ਹੈ। ਤੇ ਆਓ ਚੱਲਦੇ ਹਾਂ, ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਹੈ ਅਗਲੇ ਸਵਾਲ ਜਿਹੜੇ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਭਜ ਮਨ ਮੇਰੇ ਏਕੋ ਨਾ, ਭਜ ਮਨ ਮੇਰੇ ਏਕੋ ਨਾ, ਜੀ ਤੇਰੇ ਕਹਿ ਆਵੈ ਕਾਨ,
ਸਰਬ ਕਲਿਆਣ ਸਰਬ ਕਲਿਆਣ ਵਸੇ ਮਨ ਆਏ ਭਜ ਮਨ ਮੇਰੇ ਏਕੋ ਨਾਮ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਕਹਿ ਆਵੇ ਕਾਂ ਜੀ ਤੇਰੇ ਕਹਿ ਆਵੇ ਕਾਂ ਭਜ ਮਨ ਮੇਰੇ ਏਕੋ ਨਾਮ ਭਜ ਮਨ ਮੇਰੇ ਏਕੋ ਨਾਮ ਰਹਿਣ ਦਿਨਸ ਗੁਣ ਗਾਓ ਅਨੰਤਾ ਰਹਿਣ ਦਿਨਸ ਗੁਣ ਗਾਓ ਅਨੰਤਾ ਗੁਰਪੂਰੇ ਕਾ ਨਿਰਮਲ ਮੰਤਾ ਗੁਰਪੂਰੇ ਕਾ ਨਿਰਮਲ ਮੰਤਾ ਗੁਰਪੂਰੇ ਕਾ ਗੁਰਪੂਰੇ ਕਾ ਨਿਰਮਲ ਮੰਤਾ ਭਜ ਮਨ ਮੇਰੇ ਏਕੋ ਨਾਮ 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 ਜੀ ਤੇਰੇ ਕਹਿ ਆਵੇ ਕਾਂ ਜੀ ਤੇਰੇ ਕਹਿ ਆਵੇ ਕਾਂ ਭਜ ਮਨ ਮੇਰੇ ਏਕੋ ਨਾਮ ਭਜ ਮਨ ਮੇਰੇ ਏਕੋ ਨਾਮ ਸੋਢ ਉਪਾਵ ਏਕ ਟੇਕ ਰਾਖ ਸੋਢ ਉਪਾਵ ਏਕ ਟੇਕ ਰਾਖ ਮਹਾਪਦਾਰਥ ਅੰਮ੍ਰਿਤ ਰਸ ਚਾਖ ਮਹਾਪਦਾਰਥ ਅੰਮ੍ਰਿਤ ਰਸ ਚਾਖ ਮਹਾਪਦਾਰਥ ਮਹਾਪਦਾਰਥ ਅੰਮ੍ਰਿਤ ਰਸ ਚਾਖ ਭਜ ਮਨ ਮੇਰੇ ਏਕੋ ਨਾਮ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਕਹਿ ਆਵੇ ਕਾਂ ਜੀ ਤੇਰੇ ਕਹਿ ਆਵੇ ਕਾਂ ਭਜ ਮਨ ਮੇਰੇ ਏਕੋ ਨਾਮ ਭਜ ਮਨ ਮੇਰੇ ਏਕੋ ਨਾਮ ਵਿਖਮ ਸਾਗਰ ਤੇਈ ਜਨ ਤਾਰੇ ਵਿਖਮ ਸਾਗਰ ਤੇਈ ਜਨ ਤਾਰੇ ਨਾਨਕ ਜਾਪੋ ਨਦਰ ਕਰੇ ਨਾਨਕ ਜਾਪੋ ਨਦਰ ਕਰੇ ਨਾਨਕ ਜਾਪੋ ਨਾਨਕ ਜਾਪੋ ਨਦਰ ਕਰੇ ਭਜ ਮਨ ਮੇਰੇ ਏਕੋ ਨਾਮ ਭਜ ਮਨ ਮੇਰੇ ਏਕੋ ਨਾਮ ਭਜ ਮਨ ਮੇਰੇ ਏਕੋ ਨਾਮ
ਹਾਂਜੀ, ਅਸੀਂ ਹੁਣੇ ਸੁਣਿਆ ਇਹ ਸ਼ਬਦ ਜਿਸ ਨੂੰ ਗਾਇਨ ਕੀਤਾ ਸੀ ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਲਿਆਂ ਨੇ। ਤੇ ਆਓ ਚੱਲਦੇ ਹਾਂ ਅਗਲੇ ਸਵਾਲ ਵੱਲ, ਜਿਹੜਾ ਕਿ ਭਾਈ ਸਾਹਿਬ ਰਘਵੀਰ ਸਿੰਘ ਜੀ ਵੀਰ ਲਿਖਦੇ ਨੇ, ਜੇਕਰ ਜੀਵ ਇੱਕ ਹੀ ਹੈ ਤਾਂ ਸਭ ਜੀਵਾਂ ਦੇ ਵਿੱਚ ਇੱਕੋ ਜਿਹੀ ਸ਼ਕਤੀ ਹੋਣੀ ਚਾਹੀਦੀ ਹੈ, ਪਰ ਕਿਸੇ ਜੀਵ ਦੇ ਵਿੱਚ ਥੋੜ੍ਹੀ ਤੇ ਕਿਸੇ ਵਿੱਚ ਬਹੁਤੀ ਸ਼ਕਤੀ ਨਜ਼ਰ ਆਉਂਦੀ ਹੈ। ਜੀਵ ਫਿਰ ਇੱਕ ਕਿਸ ਤਰ੍ਹਾਂ ਹੋਇਆ? ਤੇ ਇਹਦਾ ਜਵਾਬ ਭਾਈ ਸਾਹਿਬ ਲਿਖਦੇ ਨੇ ਕਿ ਜਿਸ ਤਰ੍ਹਾਂ ਸੂਰਜ, ਚੰਦ, ਸਿਤਾਰਿਆਂ ਦੇ ਵਿੱਚ ਵੱਖੋ ਵੱਖਰੀਆਂ ਸ਼ਕਤੀਆਂ ਲੱਗਦੀਆਂ ਨੇ, ਭਾਸਦੀਆਂ ਨੇ, ਪਰ ਅਸਲ ਵਿੱਚ ਇੱਕ ਹੀ ਸ਼ਕਤੀ ਹੈ। ਜੈਸੇ ਸਮੁੰਦਰ ਦੀ ਸ਼ਕਤੀ ਸਮੁੰਦਰ ਵਿੱਚ ਹੀ ਹੈ ਅਤੇ ਦਰਿਆ ਦੀ ਸ਼ਕਤੀ ਦਰਿਆ ਵਿੱਚ, ਨਦੀਆਂ, ਨਾਲਿਆਂ, ਤਲਾਵਾਂ ਤੇ ਟੋਭਿਆਂ ਦੀਆਂ ਸ਼ਕਤੀਆਂ ਇਹਨਾਂ ਹਰ ਇੱਕ ਵਿੱਚ ਵੱਖੋ ਵੱਖਰੀਆਂ ਹਨ। ਇਹ ਪਰ ਪਾਣੀ ਸਭਾਂ ਦੇ ਵਿੱਚ ਇੱਕ ਹੈ। ਇਸੇ ਤਰ੍ਹਾਂ ਜੀਵ ਸਭ ਦੇ ਵਿੱਚ ਇੱਕ ਹੀ ਹੈ। ਜਦ ਇਹ ਆਪਣੀ ਉਪਾਧੀ ਨੂੰ ਤਿਆਗ ਕੇ ਆਪਣੇ ਸਰੂਪ ਦੇ ਵਿੱਚ ਲੀਨ ਹੁੰਦਾ ਹੈ, ਤਦ ਸਭ ਹੀ ਨਾਮ, ਰੂਪ, ਗੁਣ ਮਿਟ ਜਾਂਦੇ ਨੇ ਅਤੇ ਜੀਵ ਅਦੁੱਤੀ ਸਤ ਚਿਤ ਆਨੰਦ ਰਹਿ ਜਾਂਦਾ ਹੈ। ਉਪਾਧੀ ਦਾ ਤਿਆਗਣਾ ਕੀ ਹੈ? ਆਪਣੇ ਨਾਮ ਰੂਪ ਤੇ ਗੁਣਾਂ ਤੋਂ ਰਹਿਤ ਹੋ ਕੇ ਆਪਣੇ ਆਪ ਨੂੰ ਆਤਮ ਸਰੂਪ ਹੀ ਜਾਣਨਾ। ਭਾਵ ਕਿ ਜਦੋਂ ਅਸੀਂ ਆਪਣੇ ਆਪ ਨੂੰ ਸਰੀਰ ਨਾ ਮੰਨਦੇ ਹੋਏ ਆਤਮਾ ਮੰਨਣ ਲੱਗ ਪਈਏ, ਇਹ ਉਹ ਅਵਸਥਾ ਹੈ। ਇਸੇ ਤਰ੍ਹਾਂ ਇੱਕ ਹੋਰ ਦ੍ਰਿਸ਼ਟਾਂਤ ਦਿੰਦੇ ਨੇ, ਸਪੇਸ, ਉਹਨੂੰ ਉਹਨਾਂ ਨੇ ਮਿੱਤ ਲਿਖਿਆ ਹੈ। ਮਿੱਤ ਭਾਵ ਕਿ ਸਪੇਸ ਆਕਾਸ਼ ਦੀ ਕਿਰਿਆ ਹੈ। ਮਿੱਤ ਜਿਹੜਾ ਕਿ ਸਪੇਸ ਹੈ, ਆਕਾਸ਼ ਦੇ ਵਿੱਚ ਹੀ ਪਾਇਆ ਜਾਂਦਾ ਹੈ। ਅਨੇਕਾਂ ਪਰਬਤ, ਸੱਤ ਸਮੁੰਦਰ, ਅਨੇਕਾਂ ਨਗਰ, ਸ਼ਹਿਰ, ਅਨੇਕਾਂ ਬਣਾ ਨੂੰ ਆਕਾਸ਼ ਆਪਣੇ ਵਿੱਚ ਥਾਂ ਦਿੰਦਾ ਹੈ। ਇਹ ਪਰ ਆਪਣੇ ਆਪ ਦੇ ਵਿੱਚ ਉਹ ਪੂਰਨ ਹੈ, ਆਕਾਸ਼ ਜਿਹੜਾ ਹੈ। ਇਸੇ ਤਰ੍ਹਾਂ ਆਕਾਸ਼ ਦੇ ਵਿੱਚੋਂ ਹੀ ਮੀਂਹ ਹਨੇਰੀਆਂ ਉੱਠਦੀਆਂ ਨੇ ਤੇ ਆਕਾਸ਼ ਦੇ ਵਿੱਚ ਹੀ ਲੀਨ ਹੋ ਜਾਂਦੀਆਂ ਨੇ। ਇਹ ਪਰ ਆਕਾਸ਼ ਜਿਉਂ ਦਾ ਤਿਉਂ ਹੀ ਸ਼ੁੱਧ ਸਰੂਪ ਦੇ ਵਿੱਚ ਹੈ ਅਤੇ ਕੋਟ ਆਕਾਸ਼ਾਂ ਦੀ ਕਿਰਿਆ ਕੋਟ ਆਕਾਸ਼ਾਂ ਦੇ ਵਿੱਚ ਪਾਈਦੀ ਹੈ। ਅਨੇਕਾਂ ਖੂਹ ਨੇ, ਅਨੇਕਾਂ ਬਾਗ ਨੇ, ਘਰ ਦੇ ਆਕਾਸ਼ ਦੀ ਕਿਰਿਆ ਘਰ ਦੇ ਆਕਾਸ਼ ਵਿੱਚ ਪਾਈਦੀ ਹੈ। ਜਿੱਥੇ 5-7 ਪ੍ਰਾਣੀ ਵੱਸਦੇ ਹੋਣ, ਉਹਨਾਂ ਦੇ ਵਰਤਣ ਦੀਆਂ ਚੀਜ਼ਾਂ ਹੁੰਦੀਆਂ ਨੇ, ਪਰ ਆਕਾਸ਼ ਸਭ ਘਰਾਂ ਦੇ ਵਿੱਚ ਇੱਕੋ ਹੀ ਹੈ। ਸੋ ਇਹ ਉਪਾਦ ਭੇਦ ਹੈ, ਸਰੂਪ ਸਭ ਦਾ ਇੱਕ ਹੀ ਹੈ। ਕੁੰਮੀ ਦੇ ਆਕਾਸ਼ ਦੀ ਕਿਰਿਆ ਕੁੰਮੀ ਦੇ ਆਕਾਸ਼ ਦੇ ਵਿੱਚ ਹੁੰਦੀ ਹੈ ਤੇ ਕੋਟ ਆਕਾਸ਼ ਦੀ ਕਿਰਿਆ ਕੋਟ ਆਕਾਸ਼ ਵਿੱਚ ਹੁੰਦੀ ਹੈ। ਕੁੰਮੀ ਦਾ ਆਕਾਸ਼ ਆਪਣੇ ਵਿੱਚ ਛੋਟੀ ਉਪਾਦ ਕਲਪ ਕਰਕੇ ਆਪ ਨੂੰ ਛੋਟਾ ਮੰਨਦਾ ਹੈ, ਔਰ ਕੋਟ ਆਕਾਸ਼ ਆਪਣੇ ਵਿੱਚ ਵੱਡੀ ਉਪਾਦ ਕਲਪ ਕੇ ਆਪ ਨੂੰ ਵੱਡਾ ਮੰਨਦਾ ਹੈ। ਪਰ ਦੋਨੋਂ ਆਕਾਸ਼ ਆਕਾਸ਼ ਹੀ ਹਨ। ਦੋਹਾਂ ਵਿੱਚ ਉਪਾਦ ਹੈ, ਇਸ ਕਰਕੇ ਭਿੰਨ ਪ੍ਰਤੀਤ ਹੁੰਦੇ ਨੇ। ਵਾਸਤਵ ਵਿੱਚ ਦੋਨੋਂ ਆਕਾਸ਼ ਇੱਕ ਹੀ ਆਕਾਸ਼ ਹਨ ਅਤੇ ਨਿਰਲੇਪ ਹਨ ਤੇ ਵੱਖੋ ਵੱਖਰੇ ਕਦੀ ਨਹੀਂ ਹੋਏ। ਵੱਡੀ ਸ਼ਕਤੀ ਵੱਡੀ ਉਪਾਦ ਹੈ ਤੇ ਛੋਟੀ ਸ਼ਕਤੀ ਛੋਟੀ ਉਪਾਦ ਹੈ। ਦੋਹਾਂ ਜੀਵਾਂ ਤੋਂ ਨਿਰਲੇਪ ਹੈ, ਅਖੰਡ ਹੈ ਤੇ ਸਤ ਚਿਤ ਆਨੰਦ ਹੈ। ਮਾਫ ਕਰਨਾ, ਜੀਵ ਦੋਹਾਂ ਤੋਂ ਨਿਰਲੇਪ ਹੈ, ਅਖੰਡ ਹੈ ਤੇ ਸਤ ਚਿਤ ਆਨੰਦ ਹੈ। ਸੋ ਜਿਹੜਾ ਇਹ ਚੀਜ਼ ਇੱਥੋਂ ਸਮਝ ਆਉਂਦੀ ਹੈ ਜਾਂ ਲੱਗਦੀ ਹੈ ਕਿ ਜਿਹੜੇ ਜੀਵ ਨੇ ਉਹਨਾਂ ਦੀ ਸ਼ਕਤੀ ਜਿਹੜੀ ਸਰੀਰਕ ਤੌਰ ਤੇ ਵੱਖਰੀ ਵੱਖਰੀ ਹੋ ਸਕਦੀ ਹੈ, ਸਰੀਰ ਦੀ ਸ਼ਕਤੀ, ਪਰ ਪਿਛਲੀ ਸ਼ਕਤੀ ਜਿਹੜੀ ਹੈ, ਜਿਹੜਾ ਅਸਲ ਵਿੱਚ ਜੀਵ ਆਤਮਾ ਹੈ, ਉਹ ਸਭ ਦੇ ਵਿੱਚ ਇੱਕ ਹੀ ਹੈ। ਇਸ ਦਾ ਇੱਕ ਹੋਰ ਦ੍ਰਿਸ਼ਟਾਂਤ ਵੀ ਸੁਣੋ। ਸੁਪਨੇ ਦੇ ਵਿੱਚ ਜੋ ਕਿਸੇ ਵਿੱਚ ਵੱਧ ਸ਼ਕਤੀ ਤੇ ਕਿਸੇ ਵਿੱਚ ਘੱਟ ਸ਼ਕਤੀ ਦੇਖੀ ਦੀ ਹੈ, ਉਹ ਸੁਪਨਾ ਦੇਖਣ ਵਾਲੇ ਨੇ ਆਪ ਹੀ ਕਲਪੀ ਹੁੰਦੀ ਹੈ। ਕਲਪਨਾ ਤੋਂ ਉਹ ਪੈਦਾ ਹੁੰਦੀ ਹੈ, ਅਸਲ ਦੇ ਵਿੱਚ ਤਾਂ ਉਹ ਹੈ ਹੀ ਨਹੀਂ। ਸੁਪਨੇ ਵਿੱਚ ਜੇ ਕੋਈ ਆਪਣੇ ਆਪ ਨੂੰ ਰਾਜਾ ਕਲਪ ਕਰ ਲਵੇ, ਕਲਪਨਾ ਕਰ ਲਵੇ ਕਿ ਮੈਂ ਰਾਜਾ ਹਾਂ ਤੇ ਆਪਣੇ ਵਿੱਚ ਬੜਾ ਬਲ ਵੇਖੇ, ਉਹ ਤਾਂ ਸੁਪਨੇ ਦਾ ਬਲ ਹੈ। ਅਸਲ ਦੇ ਵਿੱਚ ਤਾਂ ਸੁਪਨਾ ਵੇਖਣ ਵਾਲਾ ਬਲਵਾਨ ਨਹੀਂ ਹੋਇਆ। ਔਰ ਜੇਕਰ ਸੁਪਨੇ ਦੇ ਵਿੱਚ ਕੋਈ ਆਪਣੇ ਆਪ ਨੂੰ ਕਮਜ਼ੋਰ ਵੇਖੇ, ਉਸ ਦਾ ਅਸਲ ਕੀ ਘਟਿਆ ਹੈ?
ਉਹ ਕਮਜ਼ੋਰੀ ਤਾਂ ਉਸਨੇ ਆਪਣੀ ਹੀ ਕਲਪਿਤ ਕਮਜ਼ੋਰੀ ਕੀਤੀ ਸੀ। ਇਸ ਕਰਕੇ ਸੱਚਾਈ ਇਹ ਹੈ ਕਿ ਸੁਪਨੇ ਵਿੱਚ ਜੈਸਾ ਜੋ ਕੁਝ ਕੋਈ ਕਲਪਦਾ ਹੈ, ਕਲਪਨਾ ਕਰਦਾ ਹੈ, ਉਸੇ ਤਰ੍ਹਾਂ ਦਾ ਉਸਨੂੰ ਭਾਸਦਾ ਹੈ ਸੁਪਨੇ ਦੇ ਵਿੱਚ। ਇਸੇ ਤਰ੍ਹਾਂ ਇਹ ਜਗਤ ਜੋ ਜਾਗਰਤ ਅਵਸਥਾ ਵਿੱਚ ਨਜ਼ਰ ਆਉਂਦਾ ਹੈ, ਉਹ ਵੀ ਹਰ ਇੱਕ ਜੀਵ ਦੀ ਆਪਣੀ ਕਲਪਨਾ ਹੀ ਹੈ, ਉਸਨੂੰ ਦਿਖਾਈ ਦਿੰਦੀ ਹੈ। ਤੇ ਅਗਲਾ ਸਵਾਲ ਲਿਖਦੇ ਨੇ, ਜੇਕਰ ਜੀਵ ਇੱਕ ਹੈ ਫਿਰ ਅਗਿਆਨੀ ਕੌਣ ਹੈ ਤੇ ਗਿਆਨੀ ਕੌਣ ਹੈ? ਜਵਾਬ ਦੇ ਵਿੱਚ ਆਪ ਲਿਖਦੇ ਨੇ, ਬਚਪਨ, ਜਵਾਨੀ ਤੇ ਬੁਢੇਪਾ 3 ਅਵਸਥਾਵਾਂ ਨੇ ਆਦਮੀ ਤੇ ਆਉਂਦੀਆਂ ਨੇ। ਜਾਂ ਜਿਸ ਤਰ੍ਹਾਂ ਜਾਗਰਤ, ਸੁਪਨ ਅਤੇ ਸੁਖੋਪਤ ਭਾਵ ਕੇ ਗੂੜੀ ਨੀਂਦ ਤਿੰਨੇ ਅਵਸਥਾ ਆਦਮੀ ਤੇ ਆਉਂਦੀਆਂ ਨੇ, ਇਸੇ ਤਰ੍ਹਾਂ ਅਗਿਆਨ ਤੇ ਗਿਆਨ ਦੋਵੇਂ ਅਵਸਥਾ ਆਦਮੀ ਤੇ ਆਉਂਦੀਆਂ ਨੇ। ਤੇ ਅਗਲਾ ਸਵਾਲ ਜਿਹੜਾ ਹੈ ਉਹ ਹੈ, ਅਗਿਆਨ ਇੱਕ ਹੈ ਤੇ ਅਨੇਕ ਪ੍ਰਕਾਰ ਦਾ ਹੈ। ਜਿਸ ਤਰ੍ਹਾਂ ਅਨੇਕ ਪ੍ਰਕਾਰ ਦੇ ਦੁੱਖ ਹੁੰਦੇ ਨੇ, ਜਾਂ ਜਿਸ ਤਰ੍ਹਾਂ ਆਸ਼ਾ ਬਹੁਤ ਹਨ, ਪਰ ਕਿਸੇ ਨੂੰ ਕਿਸੇ ਚੀਜ਼ ਦੀ ਆਸ਼ਾ ਹੈ ਤੇ ਕਿਸੇ ਨੂੰ ਕਿਸੇ ਚੀਜ਼ ਦੀ ਆਸ਼ਾ ਹੈ। ਇਸੇ ਤਰ੍ਹਾਂ ਗਿਆਨ ਵੀ ਕਿਸੇ ਨੂੰ ਕਿਸੇ ਚੀਜ਼ ਦਾ ਹੁੰਦਾ ਹੈ ਤੇ ਕਿਸੇ ਨੂੰ ਕਿਸੇ ਚੀਜ਼ ਦਾ। ਪਰ ਇਹ ਦੱਸੋ ਕਿ ਅਗਿਆਨ ਇੱਕੋ ਪ੍ਰਕਾਰ ਦਾ ਹੈ ਕਿ ਅਨੇਕ ਪ੍ਰਕਾਰ ਦਾ ਹੈ? ਜਵਾਬ ਦੇ ਵਿੱਚ ਭਾਈ ਸਾਹਿਬ ਲਿਖਦੇ ਨੇ, ਅਗਿਆਨ ਇੱਕ ਪ੍ਰਕਾਰ ਦਾ ਹੈ, ਆਸ਼ਾ ਵੀ ਇੱਕ ਹੀ ਪ੍ਰਕਾਰ ਦੀ ਹੈ ਤੇ ਗਿਆਨ ਵੀ ਇੱਕ ਪ੍ਰਕਾਰ ਦਾ ਹੀ ਹੈ। ਸੋ ਸਵਾਲ ਦੇ ਵਿੱਚ ਤਾਂ ਇਹ ਕਿਹਾ ਗਿਆ ਸੀ ਕਿ ਅਨੇਕਾਂ ਪ੍ਰਕਾਰਾਂ ਦਾ ਅਗਿਆਨ ਹੈ ਤੇ ਆਸ਼ਾਵਾਂ ਵੀ ਅਨੇਕਾਂ ਨੇ ਤੇ ਗਿਆਨ ਵੀ ਅਨੇਕਾਂ ਨੇ ਭਾਵੇਂ। ਤੇ ਉਹਦਾ ਜਵਾਬ ਉਹ ਦਿੰਦੇ ਨੇ ਕਿ ਅਗਿਆਨ ਇੱਕ ਹੀ ਪ੍ਰਕਾਰ ਦਾ ਹੈ, ਆਸ਼ਾ ਵੀ ਇੱਕ ਹੀ ਪ੍ਰਕਾਰ ਦੀ ਹੈ ਤੇ ਗਿਆਨ ਵੀ ਇੱਕ ਹੀ ਪ੍ਰਕਾਰ ਦਾ ਹੈ। ਤੇ ਇਹਦਾ ਕਾਰਨ ਭਾਈ ਸਾਹਿਬ ਲਿਖਦੇ ਨੇ, ਆਪਣੇ ਸਰੂਪ ਨੂੰ ਨਾ ਜਾਣਨਾ ਹੀ ਅਗਿਆਨ ਹੈ। ਆਪਣੇ ਸਰੂਪ ਦੀ ਆਪਣੇ ਸਰੂਪ ਦੀ ਆਸ ਹੀ ਅਸਲ ਆਸ਼ਾ ਹੈ ਤੇ ਆਪਣੇ ਸਰੂਪ ਦਾ ਜਾਣਨਾ ਹੀ ਅਸਲ ਗਿਆਨ ਹੈ। ਜਦੋਂ ਰਾਤ ਪੈਂਦੀ ਹੈ ਤਾਂ ਹਨੇਰੇ ਦੇ ਵਿੱਚ ਸਭ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ। ਉਸ ਅਵਸਥਾ ਦੇ ਵਿੱਚ ਦਿਨ ਚੜ੍ਹਨ ਦੀ ਆਸ ਹੁੰਦੀ ਹੈ ਤੇ ਜਦ ਦਿਨ ਚੜ੍ਹ ਜਾਵੇ ਸਭ ਚੀਜ਼ਾਂ ਆਪਣੇ ਆਪ ਨਜ਼ਰ ਆਉਣ ਲੱਗ ਜਾਂਦੀਆਂ ਨੇ। ਇਸੇ ਤਰ੍ਹਾਂ ਅਗਿਆਨ ਦੀ ਦਸ਼ਾ ਦੇ ਵਿੱਚ ਜਗਤ ਦੀ ਜੋ ਕਿ ਇੱਕ ਅਸਲੀਅਤ ਹੈ ਉਹ ਨਜ਼ਰ ਨਹੀਂ ਆਉਂਦੀ ਅਤੇ ਸਭ ਕੁਝ ਭਿੰਨ-ਭਿੰਨ ਤੇ ਭਾਂਤ-ਭਾਂਤ ਨਜ਼ਰ ਆਉਂਦਾ ਹੈ। ਇਸ ਅਵਸਥਾ ਦੇ ਵਿੱਚ ਸੱਚ ਦੇ ਜਾਣਨ ਦੀ ਆਸ ਕਰੀਦੀ ਹੈ ਤੇ ਜਦ ਸੱਚ ਨੂੰ ਜਾਣ ਜਾਈਏ ਤਾਂ ਸਭ ਵਿੱਚ ਇੱਕੋ ਜੀਵ ਨਜ਼ਰ ਆਉਂਦਾ ਹੈ। ਇਹ ਹੀ ਅਸਲ ਗਿਆਨ ਹੈ। ਇਸ ਲਈ ਅਗਿਆਨ ਤੇ ਗਿਆਨ ਜੀਵ ਦੀਆਂ ਦੋ ਅਵਸਥਾਵਾਂ ਨੇ। ਅਸਲ ਵਿੱਚ ਜੀਵ ਇਹਨਾਂ ਦੋਵਾਂ ਅਵਸਥਾਵਾਂ ਤੋਂ ਅਤੀਤ ਜਾਂ ਰਹਿਤ ਹੈ। ਸੋ ਇਹ ਤਾਂ ਸੀ ਜਿਹੜਾ ਹੈ ਗਿਆਨ ਅਗਿਆਨ ਦੇ ਬਾਰੇ। ਤੇ ਅਸੀਂ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਜਿੰਨਾ ਵੀ ਸਮਾਂ ਹੋਇਆ ਇੱਕ ਜਾਂ ਦੋ ਸ਼ਬਦ ਜਿਹੜੇ ਸੁਣਾਂਗੇ। ਤੇ ਆਓ ਚੱਲਦੇ ਹਾਂ ਜੀ ਅਗਲੇ ਸ਼ਬਦ ਵੱਲ। श्रवण सुनावना आओ जी तू आओ हमारे हर जस श्रवण सुनावना तुद आवत मेरा मन तन हरिया हर जस तुम संग गावना तुद आवत मेरा हर जस तुम संग गावना आओ जी तू आओ हमारे हर जस श्रवण सुनावना आओ जी तू आओ हमारे
ਹਰ ਜਸ ਸ੍ਰਵਨ ਸੁਨਾਵਣਾ। ਸੰਤ ਕਿਰਪਾ ਤੇ ਹਿਰਦੈ ਵਾਸੈ, ਦੂਜਾ ਪਾਉ ਮਿਟਾਵਨਾ। ਭਗਤ ਦਇਆ ਤੇ ਬੁੱਧ ਪ੍ਰਗਾਸੈ, ਦੁਰਮਤ ਦੁਖ ਤਜਾਵਨਾ। आओ जी तुम आओ हमारे, हर जस श्रवण सुनावना। आओ जी तुम आओ हमारे, हर जस श्रवण सुनावना। दर्शन पेटत होत पुनीता, पुनरुप गर्भ न पावना। नौ निद रिद सिद्ध पाई, जो तुम रे मन पावना। आओ जी तुम आओ हमारे, हर जस सुनावना। हर जस श्रवण सुनावना। संत बिना मैं थाऊ न कोई, अवर न सूझे जावना। मोह निर्गुण को कोई न राखे, संता संग सुमावना। आओ जी तुम आओ हमारे, हर जस श्रवण सुनावना। आओ जी तुम आओ हमारे, हर जस श्रवण सुनावना। कहु नानक गुर चलत दिखाया, मन मत हर हर रावना। कहु नानक गुर चलत दिखाया, मन मत हर हर रावना। आओ जी तुम आओ हमारे, हर जस श्रवण सुनावना। आओ जी तुम आओ हमारे, हर जस श्रवण सुनावना। खुद आवत मेरा मन तन हरिया, हर जस तुम संग गावना। खुद आवत मेरा मन तन हरिया, हर जस तुम संग गावना। आओ जी तुम आओ हमारे, हर जस श्रवण सुनावना। आओ जी तुम आओ हमारे, हर जस श्रवण सुनावना। ਹਾਂਜੀ, ਇਹ ਸਨ ਭਾਈ ਬਖਸ਼ੀਸ਼ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਤੇ ਪ੍ਰੋਗਰਾਮ ਦਾ ਸਮਾਂ ਖਤਮ ਹੋਣ ਨੂੰ ਹੈ ਤੇ ਇੱਥੇ ਹੀ ਅਸੀਂ ਆਪ ਤੋਂ ਵਿਦਾਇਗੀ ਲੈਣੀ ਹੈ ਤੇ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਕਰਦੇ ਇੱਥੇ ਹੀ ਅਸੀਂ ਆਪ ਜੀ ਨੂੰ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਹ ਜਿਹੜਾ ਅਗਲਾ ਸ਼ਬਦ ਹੈ, ਇਹਦੇ ਦੂਸਰੇ ਪਾਰ ਅਸੀਂ ਆਪ ਜੀ ਨੂੰ ਸਟੂਡੀਓ ਦੇ ਵਿੱਚੋਂ ਜਿਹੜਾ ਹੈ ਕਥਾ ਤੇ ਕੀਰਤਨ ਸੁਣਾਵਾਂਗੇ ਤੇ ਅਗਲੇ ਐਤਵਾਰ ਵਾਹਿਗੁਰੂ ਨੇ ਚਾਹਿਆ ਤੇ ਫਿਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ ਤੇ ਇੱਥੇ ਯਾਦ ਦਿਲਾ ਦਿਆਂ, ਅਗਰ ਆਪਨੇ ਪ੍ਰੋਗਰਾਮ ਲੇਟ ਸੁਣਨਾ ਸ਼ੁਰੂ ਕੀਤਾ ਹੈ ਜਾਂ ਮਿਸ ਕੀਤਾ ਹੈ ਤੇ YouTube ਤੇ ਵੀ ਤੁਸੀਂ ਇਹ ਜਿਹੜਾ ਪ੍ਰੋਗਰਾਮ ਹੈ ਉਸ ਨੂੰ ਸੁਣ ਸਕਦੇ ਹੋ। ਪਿਛਲੇ ਪ੍ਰੋਗਰਾਮ ਵੀ YouTube ਤੇ ਮਿਲ ਸਕਦੇ ਨੇ ਤੇ ਤੁਸੀਂ KRFM@
9 ਔਨ ਸੰਡੇ ਜਾਂ ਗੂਗਲ ਦੇ ਵਿੱਚ ਸਿੱਖ ਵਿਰਸਾ ਪ੍ਰੋਗਰਾਮ ਜਿਹੜਾ ਹੈ ਸਰਚ ਕਰਕੇ ਇਹ ਪ੍ਰੋਗਰਾਮ ਨੂੰ ਲੱਭਿਆ ਜਾ ਸਕਦਾ ਹੈ। ਆਪਣਾ ਖਿਆਲ ਰੱਖਿਓ। ਰੱਬ ਰਾਖਾ। सर गई सब तात पराई, जब ते साध संगत मोह पाई। ना को बैरी नहीं बिगाना, सगल संग हमको बन आई। जो प्रभु कीनो सो पल मान्यो, एह समत साधुते पाई। सब में रब रेहा प्रभु के, पेख पेख नानक बिगसाई। बिसर गई सब तात पराई,